मेरा खोया हुआ वतन, एक नज़म है, सुन लीजिएगा। खो गया कहीं मेरा दोस्त मेरा वतन, खो गया कहीं मेरा दोस्त मेरा वतन, था जो खुदा कभी बन गया महज सनम। खो गया कहीं मेरा दोस्त मेरा वतन, था जो खुदा कभी बन गया महज सनम। चमन में थी न खुशबू न सरोवर में चांद, चमन में थी न खुशबू न सरोवर में चांद, खाक में थी न रंजिश न पत्थर में जान। चमन में थी न खुशबू न सरोवर में चांद, खाक में थी न रंजिश न पत्थर में जान। बोया था जो बीज उखड़ नहीं पड़ता है आज, बोया था जो बीज उखड़ नहीं पड़ता है आज, चीरी थी जो चादर पिरोती नहीं है आज। सोचा था फुरकत में मोहब्बत जवां होती है, हाँ सोचा था फुरकत में मोहब्बत जवां होती है, हाँ सोचा था साए में भी सोहबत जिया करती है। खो गया कहीं मेरा दोस्त मेरा वतन, था जो खुदा कभी बन गया महज। बहुत सोहनी पोएट्री है, बहुत ज़्यादा सोहनी है। ਜਦੋਂ ਤੁਸੀਂ ਆਪਣੀ ਹਾਇਰ ਸਟੱਡੀ ਕਰਕੇ ਗਏ ਤਾਂ ਯੂਕਰੇਨ ਦੇ ਵਿੱਚ ਕਿੱਦਾਂ ਮਤਲਬ ਆਪਾਂ ਮੇਨ ਮੋਟਿਵ ਉਹੀ ਰੱਖਿਆ? मैं इस तरह की देखिए इदा है कि उन डिप्लोमैटिक लाइन च मेडिसिन छड़ के मैं 2001 च मैं स्टडीज़ च आ गया सी अपना न्यूयॉर्क साइड ते ਉਹਦੇ ਬਾਅਦ 2004 ਚ मतलब उसके बाद न्यूयॉर्क तो इतफाक ਦੀ ਗੱਲ है कि ਜਦੋਂ ਹੀ ਸ਼ੁਰੂ ਕੀਤੀ ਉਹਦੇ 5-6 ਦਿਨ ਬਾਅਦ ਸਤੰਬਰ 11 ਦੇ ਹਮਲੇ ਹੋਏ। ਉਹਦੇ 3 ਸਾਲ ਬਾਅਦ ਫਿਰ ਮੈਂ ਪਹਿਲੀ ਜੌਬ ਮੈਂ ਇੱਥੇ ਅਫਗਾਨਿਸਤਾਨ ਨਾਲ ਹੀ ਕੀਤੀ। ਯੂਨਾਈਟਿਡ ਨੇਸ਼ਨ ਦੇ ਵਿੱਚ ਨਹੀਂ, ਪਹਿਲਾ ਜੌਬ ਮੈਂ ਸਵਿਸ ਪੀਸ ਇੱਕ ਇੰਟਰਨੈਸ਼ਨਲ ਸੰਸਥਾ ਹੁੰਦੀ ਉਹਦੇ ਨਾਲ ਗਿਆ। ਫਿਰ ਉਹਦੇ ਬਾਅਦ ਫਿਰ ਮੈਂ ਇੱਕ ਜਗ੍ਹਾ ਹੈ ਵਰਲਡ ਬੈਂਕ ਉਹ ਜੁਆਇਨ ਕੀਤੀ। ਫਿਰ ਉਹਦੇ ਬਾਅਦ ਫਿਰ ਮੈਂ ਆਪਣਾ UN ਅਫਰੀਕਾ 'ਚ ਜੁਆਇਨ ਕੀਤਾ, ਲਾਈਬੀਰੀਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਪੰਜਾਬ ਪ੍ਰਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਆਕਾਸ਼। ਸਮਾਰਟ ਸਿਟੀ ਦੇ ਵਿੱਚ ਬੈਠੇ ਹਾਂ ਤੇ ਸਾਡੇ ਨਾਲ ਬੈਠੇ ਨੇ ਮਾਨਵ ਸਚਦੇਵਾ ਜੀ। ਮਾਨਵ ਸਚਦੇਵਾ ਜੀ ਯੂਨਾਈਟਿਡ ਨੇਸ਼ਨ ਦੇ ਇੱਕ ਬਹੁਤ ਵੱਡੇ ਅਧਿਕਾਰੀ ਨੇ। ਗੱਲਬਾਤ ਕਰਦੇ ਹਾਂ ਕਿਉਂਕਿ ਰੀਸੈਂਟਲੀ ਯੂਕਰੇਨ ਵੀ ਹੋ ਕੇ ਆਏ ਨੇ। ਯੂਕਰੇਨ ਦੇ ਵਿੱਚ ਇਹਨਾਂ ਨੇ ਅੱਖਾਂ ਨਾਲ ਕੀ ਦੇਖਿਆ ਸਭ ਕੁਝ ਪੁੱਛਾਂਗੇ। ਤੁਸੀਂ ਜੁੜੇ ਰਹੋ ਪੰਜਾਬ ਪ੍ਰਾਈਮ ਟੀਵੀ ਦੇ ਨਾਲ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਤੁਹਾਡਾ। ਮਾਨਵ ਜੀ ਪੂਰਾ ਨਾਮ ਤੁਹਾਡਾ ਮਾਨਵ ਸਚਦੇਵਾ ਜੀ? ਹਾਂਜੀ। ਯੂਨਾਈਟਿਡ ਨੇਸ਼ਨ ਦੇ ਵਿੱਚ ਤੁਸੀਂ ਪਲੀਜ਼ ਕਾਈਂਡਲੀ ਤੁਸੀਂ ਮੈਨੂੰ ਆਪਣਾ ਉਹਦਾ ਦੱਸ ਦੋਗੇ ਕੀ? ਹਾਂਜੀ, ਮੈਂ ਇੱਕ ਤਰ੍ਹਾਂ ਇੰਗਲਿਸ਼ 'ਚ ਕਹਿੰਦੇ ਰੈਪਿਡ ਡਿਪਲੋਇਮੈਂਟ ਐਕਸਪਰਟ ਫॉर ਇਮਰਜੈਂਸੀ ਸਿਚੁਏਸ਼ਨਸ ਅਰਾਊਂਡ ਦ ਵਰਲਡ। ਜਿੱਥੇ ਜਿਵੇਂ ਆਪਤਕਾਲੀਨ ਆਉਂਦੀ ਹੈ, ਪ੍ਰੋਬਲਮ ਆਉਂਦੀ ਹੈ, ਤਾਂ ਅਸੀਂ ਜਿਵੇਂ ਹਿਊਮਨ ਰਾਈਟਸ ਦੀ ਸਿਚੁਏਸ਼ਨ ਹੋ ਜਾਏ ਜਾਂ ਟਾਈਪ ਆਫ ਆਪਤਕਾਲੀਨ ਲਾਈਕ ਜਿਵੇਂ ਨੈਚੁਰਲ ਡਿਜ਼ਾਸਟਰਸ ਲਾਈਕ ਨੈਚੁਰਲ ਡਿਜ਼ਾਸਟਰਸ, ਕੌਨਫਲਿਕਟ ਸਿਚੁਏਸ਼ਨਸ, ਨੈਗੋਸ਼ੀਏਸ਼ਨ ਕਰਨੀ ਹੋਵੇ। ਜਿਵੇਂ ਮੈਂ ਹੁਣ ਯੂਕਰੇਨ ਤੋਂ ਆਇਆ ਹਾਂ, ਉਸ ਤੋਂ ਪਹਿਲਾਂ ਜੋ ਅਫਗਾਨਿਸਤਾਨ ਤੋਂ ਮਤਲਬ ਅਫਗਾਨਿਸਤਾਨ 'ਤੇ ਕੰਮ ਕੀਤਾ ਤੇ ਕਈ ਤਿੰਨ ਰਾਊਂਡਸ ਆਫ ਡਿਊਟੀ ਤੇ 2004-5 ਫਿਰ 12 ਤੋਂ 14 ਫਿਰ 18-19। ਮੈਂ ਤੁਹਾਡੇ ਬਾਰੇ ਪੁੱਛਿਆ, ਸਟੱਡੀ ਕੀਤਾ ਵੀ ਤੁਸੀਂ ਅਮਰੀਕਾ ਦੇ ਮਤਲਬ ਸਿਟੀਜ਼ਨ ਹੋ। ਹਾਂਜੀ। ਤੇ ਕੈਲੀਫੋਰਨੀਆ ਤੋਂ ਤੁਸੀਂ ਆਪਣੀ ਹਾਇਰ ਸਟੱਡੀ ਕੰਪਲੀਟ ਕੀਤੀ ਹੈ। ਹਾਂਜੀ। ਤੇ ਕੈਲੀਫੋਰਨੀਆ ਫਿਰ ਵੈਸਟ ਫਿਰ ਕੈਲੀਫੋਰਨੀਆ 'ਚ ਸ਼ੁਰੂ ਕੀਤੀ। ਫਿਰ ਮੈਂ ਈਸਟ ਕੋਸਟ ਤੇ ਨਿਊਯਾਰਕ ਕੋਲੰਬੀਆ ਯੂਨੀਵਰਸਿਟੀ ਤੇ ਕੀਤੀ ਤੇ ਥੋੜੀ ਸਟੱਡੀਜ਼ ਹਾਰਵਰਡ ਯੂਨੀਵਰਸਿਟੀ 'ਚ। ਤੇ ਤੁਹਾਡੇ ਬੈਕਗ੍ਰਾਉਂਡ ਬਾਰੇ ਮਾੜਾ ਦੱਸ ਦਿਓ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਵੈਸੇ ਓਰੀਜਨਲੀ ਲੁਧਿਆਣੇ ਦਾ ਹੀ ਹਾਂ, ਲੁਧਿਆਣਾ ਪੰਜਾਬ। ਆਪਣਾ ਇੱਥੇ ਡਾਕਟਰ BL ਕਪੂਰ ਹਸਪਤਾਲ ਉੱਥੇ ਮੇਰਾ ਜਨਮ ਹੋਇਆ ਸੀ 1977 'ਚ, ਇੱਥੇ ਪੁਰਾਣੀ ਸਬਜ਼ੀ ਮੰਡੀ। ਐਂਡ ਮੇਰੀ ਪੜ੍ਹਾਈ 10ਵੀਂ ਤੱਕ ਇੱਥੇ ਕਨਵੈਂਟ ਸਕੂਲ 'ਚ ਲੁਧਿਆਣੇ 'ਚ ਹੀ ਹੋਈ ਸੀ। ਸਰਾਭਾਨਗਰ ਜੀ, ਬਿਲਕੁਲ। ਐਂਡ ਮੈਂ ਫਿਰ ਉਸ ਤੋਂ ਬਾਅਦ ਤੁਸੀਂ ਅਮਰੀਕਾ ਸ਼ਿਫਟ ਹੋ ਗਏ? ਹਾਂਜੀ, ਅਮਰੀਕਾ ਸ਼ਿਫਟ ਹੋ ਗਏ ਸੀ। ਉੱਥੇ ਫਿਰ ਮੇਰੇ ਪੇਰੈਂਟ ਦੋਵੇਂ ਡਾਕਟਰ, ਤਾਂ ਫਿਰ ਮੈਂ ਵੀ ਮੈਡੀਸਿਨ ਪੜ੍ਹਿਆ ਸੀ। ਫਿਰ ਮੈਂ ਮੈਡੀਸਿਨ 3 ਸਾਲ ਪੜ੍ਹਾਈ ਕਰਕੇ ਵੀ ਛੱਡਤੀ ਸੀ। ਮੈਡੀਸਿਨ ਡ੍ਰੌਪ ਆਊਟ? ਹਾਂ, ਮੈਡੀਸਿਨ ਡ੍ਰੌਪ ਆਊਟ। ਮੇਰਾ ਵਾਲਾ ਸਮਾਂ ਦਾ ਬੂਮ ਸੀਗਾ ਉਹ, ਹੁਣ ਵੀ ਬਹੁਤ ਵੱਡਾ ਬੂਮ ਜਿਸ ਉਸ ਟਾਈਮ ਵੀ ਸੀ। ਔਰ ਮੈਡੀਸਿਨ ਤਾਂ ਹਮੇਸ਼ਾ ਰਹਿੰਦਾ ਔਰ USA ਤਾਂ ਬਹੁਤ ਹੁੰਦਾ ਹੈ। ਲੇਕਿਨ ਮੇਰੇ ਦਿਲ 'ਚ ਇਹ ਆਵਾਜ਼ ਆਈ ਜਿਵੇਂ ਕਿ ਮੈਂ 5ਵੀਂ ਚ ਕਕਸ਼ਾ ਸੀਗਾ, ਮੈਨੂੰ ਕਿੰਗ ਅਸ਼ੋਕਾ ਹੁੰਦੇ ਸੀ, ਉਹ ਤੋਂ ਮੈਂ ਬਹੁਤ ਪ੍ਰਭਾਵਿਤ ਸੀ ਕਿ ਬੈਟਲ ਆਫ ਕਲਿੰਗਾ ਦੇ ਬਾਅਦ ਉਹਨਾਂ ਨੇ ਇਨਫਰਾਸਟ੍ਰਕਚਰ, ਗੰਦੀ ਨਾਲੀਆਂ, ਉਹ ਇਹਨਾਂ ਦੇ ਕੰਮ ਕੀਤਾ। ਮੈਨੂੰ ਲੱਗਿਆ ਹਿੰਦੁਸਤਾਨ ਨੂੰ ਬਹੁਤ ਲੋੜ ਹੈ ਤੇ ਮੈਂ ਇਸੇ ਪਾਲਿਸੀ ਤੇ ਕਰਨਾ ਚਾਹੁੰਦਾ। ਮੈਨੂੰ ਪਤਾ ਵੀ ਨਹੀਂ ਸੀ ਕਿ ਪੂਰਾ ਡਿਪਲੋਮੈਟਿਕ ਐਂਡ ਡਿਵੈਲਪਮੈਂਟ ਫੀਲਡ ਹੁੰਦਾ ਹੈ। ਐਂਡ ਦੂਜਾ ਮੈਨੂੰ ਸ਼ਾਇਰੀ ਦਾ ਸ਼ੌਕ ਸੀ, ਲਿਟਰੇਚਰ ਦਾ, ਤਾਂ ਮੈਂ ਹੌਲੀ ਆਪਣੀ ਜਰਨੀ। ਮੈਂ ਤੁਹਾਡੇ ਮਿੱਤਰ ਜੀ ਨਾਲ ਗੱਲ ਕੀਤੀ, ਤੁਸੀਂ ਕਹਿ ਤੁਹਾਨੂੰ ਮਤਲਬ 7 ਭਾਸ਼ਾਵਾਂ ਆਉਂਦੀਆਂ ਨੇ। ਇੱਕ ਨਾ ਮਤਲਬ ਅਮਰੀਕਨ ਦਾ ਸ਼ਬਦ ਹੈ, ਜਦੋਂ ਕੋਈ ਜ਼ਿਆਦਾ ਭਾਸ਼ਾ ਬੋਲਦਾ ਉਹਨੂੰ ਪੋਲੀਗਲੋਟ ਬੋਲਦੇ ਆ। ਆਈ ਥਿੰਕ ਸੋ ਦੈਟ ਪੋਲੀਗਲੋਟ, ਯੂ ਆਰ ਅ ਪੋਲੀਗਲੋਟ। ਥੈਂਕ ਯੂ ਸਰ। ਸੋ ਕਾਈਂਡਲੀ ਪਲੀਜ਼ ਦੱਸੋਗੇ ਵੀ ਕਿਹੜੀ ਭਾਸ਼ਾ ਤੁਸੀਂ ਮਤਲਬ ਸਟੱਡੀ ਕਰਦੇ? ਹਾਂਜੀ, ਮੈਂ ਰੂਸੀ ਬੋਲਦਾ ਹਾਂ ਤੇ ਮੈਂ ਫਾਰਸੀ ਬੋਲਦਾ ਵਿਚ ਇਜ਼ ਪਰਸ਼ੀਅਨ। ਮੈਂ ਫ੍ਰੈਂਚ ਬੋਲਦਾ ਹਾਂ, ਫ੍ਰਾਂਸੂਸ ਵੀ ਕਹਿੰਦੇ ਆ, ਫ੍ਰੈਂਚ ਕਹਿੰਦੇ। ਯੈਸ। ਐਂਡ ਦੈਨ
बाकी अपनी उर्दू, हिंदी, पंजाबी, इंग्लिश एंड देन आल्सो स्पैनिश ਇਹ एक्चुअली ਸਾਰਾ ਕੁਝ ਤੁਸੀਂ ਬਾਹਰ ਰਹਿ ਕੇ ਸਿੱਖਿਆ ਜੀ? ਇਹ ਬਾਹਰ ਆ ਕੇ ਮਤਲਬ ਕੁਝ ਤਾਂ ਸੈਲਫ ਸਟੱਡੀ ਕੀਤੀ ਹੈ, ਕੁਝ ਬਾਹਰ ਕੀਤੀ ਹੈ, ਕੁਝ ਨਾਲ ਟਿਊਟਰਿੰਗ ਵੀ ਕਰਦੇ ਸੀ ਤੇ ਇਸ ਲਾਈਨ ਆਫ ਵਰਕ ਵਿਦ ਯੂਨਾਈਟਿਡ ਨੇਸ਼ਨਸ ਤੁਸੀਂ ਜਿੱਥੇ ਜਿੱਥੇ ਜਾਂਦੇ ਉੱਥੇ ਜ਼ਰੂਰਤ ਵੀ ਪੈ ਜਾਂਦੀ ਹੈ, ਸੋ ਉਹ ਯੂਜ਼ ਕਰਦੇ ਕਿਉਂਕਿ ਮੈਨੂੰ ਲੱਗਿਆ ਕਿ ਮੈਂ ਕਈ ਜਗ੍ਹਾ ਜਾ ਕੇ ਕਿ ਜੇ ਤੁਸੀਂ ਉਹਨਾਂ ਦੀ ਜ਼ਬਾਨ ਨਾ ਬੋਲੋ ਤਾਂ ਆਪਣੇ ਦਿਲ ਖੋਲ ਕੇ ਦੱਸਦੇ ਨਹੀਂ ਪ੍ਰੋਬਲਮ ਬਿਲਕੁਲ ਉਹਨਾਂ ਨੂੰ ਸਿਕਿਉਰ ਫੀਲ ਨਹੀਂ ਹੁੰਦਾ। ਸਿਕਿਉਰ ਨਹੀਂ ਫੀਲ ਨਾਲੇ ਉਹ ਆਪਣਾ ਜਿਹੜੇ एक्चुअल प्रॉब्लम्स हैं जी। मैं एक बड़ी पेचीदा गल देखी कि जब कॉन्फ्लिक्ट और बहुत सेंसिटिव मैटर ते गल कर रहे हो, एक गल मेरे नाल कर रहे ने, फिर दूजी गल अपने ट्रांसलेटर नाल, टीम नाल ते ट्रांसलेटर नाल, फिर मैं समझा कि जे मैनू समझ आ जाए कि वो की बोल रहे ने आपस च, फिर कम्युनिकेट हो जाएगा नाले ਜਿਹੜੀ ਉਹ ਐਕਚੁਅਲ ਗੱਲ ਚੱਲ ਰਹੀ ਹੈ ਉਹ ਸਮਝ ਆ ਜਾਊਗੀ, ਤਾਂ ਉਹ ਬਹੁਤ ਜ਼ਰੂਰੀ ਸੀ ਮੈਨੂੰ ਸਿੱਖਣੀ। ਮੈਨੂੰ ਵੈਸੇ ਵੀ ਬਹੁਤ ਸ਼ੌਕ ਹੈ ਸਿੱਖਣ ਦਾ ਜ਼ਮਾਨਾ ਕਿ ਉਹ ਜ਼ਬਾਨ। ਤੁਹਾਨੂੰ ਇੱਕ ਬਹੁਤ ਵੱਡਾ ਸ਼ੌਕ ਇਹ ਵੀ ਹੈ ਕਿ ਤੁਸੀਂ ਸ਼ੇਰ ਓ ਸ਼ਾਇਰੀ ਬਹੁਤ ਵਧੀਆ ਕਰਦੇ ਹੋ ਜੀ। ਮੈਨੂੰ ਬਹੁਤ ਸ਼ੌਕ ਸ਼ੁਰੂ ਤੋਂ ਮੇਰਾ ਵੈਸਲੀ ਟੁਵਰਡਸ ਲੈਂਗੁਏजेस ਇੰਟਰਸਟ ਸ਼ਾਇਰੀ ਤੋਂ ਹੀ ਪਿਆ। ਓਕੇ ਐਂਡ ਤੇ ਇਸ ਸੈਸ਼ਨ ਦੀ ਸ਼ੁਰੂਆਤ ਆਪਾਂ ਇੱਕ ਸ਼ਾਇਰੀ ਤੋਂ ਸ਼ੁਰੂ ਕਰਾਂਗੇ। चलो ठीक है सर, ठीक है। मैं एक नज़म सुना देना है, डेफिनेटली इजाज़त हुई। उर्दू नज़म है, इजाज़त। मेरा खोया हुआ वतन, ये एक नज़म है, सुन लीजिएगा। खो गया कहीं मेरा दोस्त मेरा वतन, खो गया कहीं मेरा दोस्त मेरा वतन, था जो खुदा कभी बन गया महज सनम। खो गया कहीं मेरा दोस्त मेरा वतन, था जो खुदा कभी बन गया महज सनम। चमन में थी न खुशबू न सरोवर में चांद, चमन में थी न खुशबू न सरोवर में चांद, खाक में थी न रंजिश न पत्थर में जान। चमन में थी न खुशबू न सरोवर में चांद, खाक में थी न रंजिश न पत्थर में जान। बोया था जो बीज उखड़ नहीं पड़ता है आज, बोया था जो बीज उखड़ नहीं पड़ता है आज, चीरी थी जो चादर पिरोती नहीं है आज। हाँ सोचा था फुरकत में मोहब्बत जवां होती है, हाँ सोचा था फुरकत में मोहब्बत जवां होती है, हाँ सोचा था साए में भी सोहबत जिया करती है। खो गया कहीं मेरा दोस्त मेरा वतन, था जो खुदा कभी बन गया महज। बहुत सोहनी पोएट्री है, बहुत ज़्यादा सोहनी है। ਇਹਨੂੰ ਕੀ ਬੋਲਿਆ ਤੁਸੀਂ नजमी? ये नज़म है जिसे, हाँ ये गज़ल नहीं है क्योंकि गज़ल जो होती है वो गज़ल का जो मतलब आप राइम स्कीम कहेंगे, काफिया और रदीफ, वो इस तरह होता है कि ए फिर बी ए फिर सी ए, मतलब इस तरह जो सेकंड लाइन है, जो सेकंड जुमला होता है, जो मिसरा सानी होता है या जो सेकंड लाइन होती है वो राइम करती है। लेकिन नज़म की आज़ाद तरीका होता है वो जो राइम। ਤੁਸੀਂ ਹੁਣੇ ਜੁਮਲਾ ਇੱਕ ਸ਼ਬਦ ਪ੍ਰਯੋਗ ਕੀਤਾ। जी जी जी। ਜੇ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਕੋਈ ਜੁਮਲਾ ਸ਼ਬਦ ਬੋਲ ਦਵੇ, ਇਦਾਂ ਦੇ ਅਰਬੀ ਭਾਸ਼ਾ ਦੇ ਸ਼ਬਦ ਯੂਜ਼ ਕਰ ਦਵੇ, जी जी जी। ਤਾਂ ਉਹ ਕਹਿੰਦੇ ਵੀ ਇਹ मतलब है ना। हाँ देखिए ज़बानें जो होती हैं वो किसी रीजन की होती हैं, किसी दीन या धर्म या किसी भी रिलीजन की नहीं होती, वो कोई ज़बान मजहबी नहीं होती। अब हमारे बाप दादा जो थे वो उर्दू और इवन पंजाबी जो है वो शाहमुखी में लिखा करते थे। जी, जी। जो ये जो आप कहें नस्क या नस्तलीक, अब यूँ तो कहना ही बड़ा गलत होगा कि हाँ ये ज़बान सिखों की है, ये ज़बान हिंदुओं की है, ये तो अंग्रेज़ों की दरारें पाई हुई हैं। ये हमें उसे बिल्कुल कतई कबूल नहीं करना चाहिए कि आप जो भी हैं, आप जिस जहाँ की अपनी विरासत ना भूलें, अपने बच्चों को उर्दू सिखाएं, अपने बच्चों को पंजाबी सिखाएं, लेकिन दोनों स्क्रिप्ट में सिखाएं, गुरमुखी शाहमुखी और हिंदी। अरे गालिब तक भी अपनी ज़बान को हिंदुस्तानी कहते थे ना, उन्होंने उर्दू लफ्ज़ का इस्तेमाल भी नहीं किया। वो तो अंग्रेज़ों ने 1857 के बाद जब पहली वॉर ऑफ इंडिपेंडेंस में मुश्किलात आई तो उन्होंने कहा कि हम हिंदी हिंदुओं को देंगे, उर्दू मुसलमानों की, हम क्यों उनकी बात। उन्होंने मतलब उन्होंने एक भाषा को एक आइडेंटिटी दे दी और जो दरारें पाई हैं, हम क्यों उन दरार को कबूल करें। अच्छा मिस्टर सतवेजा जी, मैं एक गल ਤੁਹਾਡੇ ਨਾਲ ਗੱਲ ਕਰਨਾ। जी जी। ਪੰਜਾਬੀ ਚ ਕੰਫਰਟੇਬਲ ਪੰਜਾਬੀ ਚ ਜੋ ਜਿਹੜੀ ਜ਼ਬਾਨ ਤੁਹਾਨੂੰ ਠੀਕ ਲੱਗਦੀ ਤੁਸੀਂ ਪੰਜਾਬੀ ਕਰ ਦੋਨੋਂ ਵਧੀਆ ਲੱਗਦੀ ਹੈ। ਆਓ ਤੁਸੀਂ ਅੱਛਾ ਚਲੋ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹਾਂ ਜੀ ਜੀ। ਜਦੋਂ ਤੁਸੀਂ ਆਪਣੀ ਹਾਇਰ ਸਟੱਡੀ ਕਰਕੇ ਗਏ ਤਾਂ ਯੂਕਰੇਨ ਦੇ ਵਿੱਚ ਕਿੱਦਾਂ मतलब ਆਪਾਂ ਮੇਨ ਮੋਟਿਵ ਉਹੀ ਰੱਖਿਆ। मैं इस तरह की देखिए इदा है कि उन डिप्लोमैटिक लाइन चो मेडिसिन छड़ के मैं 2001 ਚ मैं स्टडीज च आ गया सी अपना न्यूयॉर्क साइड ते ਉਹਦੇ ਬਾਅਦ 2004 ਚ मतलब ਉਸ ਤੋਂ ਬਾਅਦ न्यूयॉर्क तो इतफाक ਦੀ ਗੱਲ ਹੈ कि ਜਦੋਂ ਹੀ ਸ਼ੁਰੂ ਕੀਤੀ ਉਹਦੇ 5-6 ਦਿਨ ਬਾਅਦ ਸਤੰਬਰ 11 ਦੇ ਹਮਲੇ ਹੋਏ ਨਿਊਯਾਰਕ ਤੇ, ਤਾਂ ਉਹਦੇ ਉਹ ਬੜਾ ਇੱਕ ਪੇਚੀਦਾ ਜਿਹਾ ਟਾਈਮ ਸੀ ਜੇ
ਇੰਟਰਨੈਸ਼ਨਲ ਅਫੇਅਰਸ ਜਾਂ ਇਸ ਤਰ੍ਹਾਂ ਦੀ ਫੀਲਡ ਨੂੰ ਪੜ੍ਹਨ ਦਾ। ਉਹਦੇ 3 ਸਾਲ ਬਾਅਦ ਫਿਰ ਮੈਂ ਪਹਿਲੀ ਜੌਬ ਮੈਂ ਇੱਥੇ ਅਫਗਾਨਿਸਤਾਨ ਨਾਲ ਹੀ ਕੀਤੀ। ਯੂਨਾਈਟਿਡ ਨੇਸ਼ਨ ਦੇ ਵਿੱਚ ਨਹੀਂ, ਪਹਿਲਾ ਜੌਬ ਮੈਂ ਸਵਿਸ ਪੀਸ ਇੱਕ ਇੰਟਰਨੈਸ਼ਨਲ ਸੰਸਥਾ ਹੁੰਦੀ ਉਹਦੇ ਨਾਲ ਗਿਆ। ਫਿਰ ਉਹਦੇ ਬਾਅਦ ਫਿਰ ਮੈਂ ਇੱਕ ਜਗ੍ਹਾ ਵਰਲਡ ਬੈਂਕ ਉਹ ਜੁਆਇਨ ਕੀਤੀ। ਫਿਰ ਉਹਦੇ ਬਾਅਦ ਫਿਰ ਮੈਂ ਆਪਣਾ UN ਅਫਰੀਕਾ ਚ ਜੁਆਇਨ ਕੀਤਾ, ਲਾਇਬੇਰੀਆ ਚ। ਲਾਇਬੇਰੀਆ ਦੇ ਹਾਂਜੀ, ਵਿੱਚ। ਅੱਛਾ, ਯੂਨਾਈਟਿਡ ਨੇਸ਼ਨ ਤੋਂ ਬਾਅਦ ਜਦੋਂ ਤੁਸੀਂ ਇਹ ਕਰੀਅਰ 2005 ਤੋਂ ਹਾਂਜੀ 2005 ਤੋਂ UN ਜੁਆਇਨ ਕੀਤਾ। ਓਕੇ, ਯੂਕਰੇਨ ਦੇ ਵਿੱਚ ਸਰ ਆਪਾਂ ਮੁੱਦੇ ਸੌਰੀ ਹਾਂ, ਤੁਹਾਡਾ ਸਵਾਲ ਬੜਾ ਅੱਛਾ ਸੀ। ਤਾਂ ਉਹਦੇ ਅਬਾਊਟ ਮੈਂ 3 ਦਫਾ ਫਿਰ ਅਫਗਾਨਿਸਤਾਨ ਕੰਮ ਕੀਤਾ, ਫਿਰ ਲਾਇਬੇਰੀਆ, ਫਿਰ ਮੈਂ ਬਾਲਕਨਸ ਜਿਵੇਂ ਯੂਗੋਸਲਾਵੀ ਟੁੱਟਿਆ ਸੀ ਉੱਥੇ 2 ਸਾਲ, ਫਿਰ ਨਿਊਯਾਰਕ ਹੈਡਕੁਆਟਰਸ ਚ UN ਚ ਸੀ 5 ਸਾਲ। फिर मतलब कर करके एक तकरीबन 1 साल पहले की गल, 6 साल भी नहीं हुआ, 8 महीने पहले प्रेजिडेंट ज़ेलेंस्की ਦੇ ਥਰੂ ਪ੍ਰੈਜ਼ੀਡੈਂਟ ਆਫ ਯੂਕਰੇਨ ਹਾਂ ਪ੍ਰੈਜ਼ੀਡੈਂਟ ज़ेलेंस्की ਉਹਨਾਂ ਦੇ ਆਫਿਸ ਤੋਂ ਕਾਲ ਆਈ ਕਿ ਤੁਸੀਂ ਅਫਗਾਨਿਸਤਾਨ ਬਾਕੀ ਮੁਲਕਾਂ 'ਚ ਮਤਲਬ ਕਾਫੀ ਸਹਾਇਤਾ ਕੀਤੀ, ਮਦਦ ਕੀਤੀ ਹੈ, ਵੁੱਡ ਯੂ ਬੀ ਇੰਟਰਸਟਿਡ ਇਨ ਬਿਕਮਿੰਗ ਆਰ ਐਂਬੈਸਡਰ, ਕਿਉਂਕਿ ਤੁਸੀਂ ਇੱਥੇ 5-6 ਸਾਲ ਸੀ, ਤੁਸੀਂ ਸਾਡੀ ਵੀ ਜ਼ਬਾਨ ਬੋਲਦੇ ਹੋ, ਤੁਹਾਡੀ ਬਹੁਤ ਸਾਨੂਭੂਤੀ ਹੈ ਸਾਡੇ ਨਾਲ, ਐਂਡ ਤੁਸੀਂ ਗਲੋਬਲ ਲੈਵਲ ਤੇ, ਕਿਉਂਕਿ ਉਹਨਾਂ ਨੇ ਕੀ 7 ਗਲੋਬਲ ਐਂਬੈਸਡਰਸ ਅਪਾਇੰਟ ਕੀਤੇ, ਇੱਕ ਐਕਸ ਪ੍ਰੈਜ਼ੀਡੈਂਟ ਆਫ ਮਲਾਵੀ, ਇੱਕ ਪ੍ਰਾਈਮ ਮਿਨਿਸਟਰ, ਇੱਕ ਮੈਂਬਰ ਆਫ ਪਾਰਲੀਮੈਂਟ ਫਰਮ UK, ਅਲੱਗ-ਅਲੱਗ ਰੀਜਨਸ ਤੇ। ਤਾਂ ਕਹਿੰਦੇ ਅੱਛਾ, ਇਹ ਐਂਬੈਸਡਰ ਨੇਮ ਜਿਹੜਾ ਹੈ ਉਹ ਤੁਹਾਨੂੰ ਪ੍ਰੈਜ਼ੀਡੈਂਟ ਆਫ ਯੂਕਰੇਨ ਨੇ ਦਿੱਤਾ? ਜੀ ਪ੍ਰੈਜ਼ੀਡੈਂਟ ਆਫ ਯੂਕਰੇਨ ਨੇ, ज़ेलेंस्की ਨੇ ਮੈਨੂੰ ਇਹ ਅਪਾਇੰਟਮੈਂਟ ਦਿੱਤੀ ਕਿ ਵੀ ਵਾਂਟ ਕਿ ਸਾਰੇ ਜਿਹੜਾ ਅਫਰੀਕਾ, ਸਾਊਥ ਅਮਰੀਕਾ ਐਂਡ ਏਸ਼ੀਆ 'ਚ ਸਾਡੀ ਪਹਿਚਾਨ, ਸਾਡੀ ਅੰਡਰਸਟੈਂਡਿੰਗ, ਕਿਉਂਕਿ ਇਹਨਾਂ ਨੂੰ ਕੀ ਫੀਲ ਹੁੰਦਾ ਹੈ ਯੂਕਰੇਨ 'ਚ ਕਿ ਅਮਰੀਕਾ ਤੇ ਵੈਸਟਰਨ ਯੂਰਪ 'ਚ ਤਾਂ ਅੰਡਰਸਟੈਂਡਿੰਗ ਹੈ, ਪਰ ਕਿਸ ਤਰ੍ਹਾਂ ਸੋਵੀਅਤ ਸੰਘ ਔਰ ਇਹਦੀ ਥੋੜੀ ਜਿਹੀ ਰਸ਼ੀਆ ਦੀ ਨਾ ਮਿਕਸਿੰਗ ਹੋ ਚੁੱਕੀ ਹੈ। ਸੋਵੀਅਤ ਸੰਘ ਪਲੀਜ਼ ਇੱਕ ਵਾਰ ਡਿਫਾਈਨ ਕਰ ਦਿਓ ਇੰਗਲਿਸ਼ ਦੇ ਵਿੱਚ। ਹਾਂਜੀ ਤਾਂ ਸੋਵੀਅਤ ਸੰਘ ਦਾ ਮਤਲਬ ਜਿਵੇਂ USSR ਹੈ, ਤਾਂ ਇਹ USSR ਜਿਹਦੇ 15+ ਕੰਟਰੀਜ਼ ਜਿਹੜੇ ਸੀਗੇ, ਇੱਕ ਹਿੱਸਾ ਸੀ 1917 ਤੋਂ 1991 ਜਿਵੇਂ ਟੁੱਟਿਆ, ਤਾਂ ਉਹ ਯੂਕਰੇਨ ਵੀ ਉਹਦਾ ਇੱਕ ਹਿੱਸਾ ਸੀ, ਰਸ਼ੀਆ ਵੀ ਇੱਕ ਉਹਦਾ ਹਿੱਸਾ ਸੀ। ਤਾਂ ਜਦ ਟੁੱਟ ਕੇ ਹੁਣ ਦੇਖੋ 30 ਸਾਲ ਬਾਅਦ ਜਿਹੜੀ ਜੰਗ ਹੋ ਰਹੀ ਹੈ, ਤਾਂ ਉਹ ਯੂਕਰੇਨ ਕਹਿੰਦੇ ਅਸੀਂ ਵੀ ਤੁਹਾਡੇ ਉਨੇ ਹੀ ਮਦਦਗਾਰ ਸੀਗੇ ਜਿਵੇਂ 1971 ਦੇ ਜੰਗ 'ਚ ਪਾਕਿਸਤਾਨ ਨਾਲ, ਜਾਂ 65 ਦੇ ਜੰਗ 'ਚ, ਜਾਂ ਕਿਤੇ ਵੀ। ਤਾਂ ਇਹ ਨਹੀਂ ਹੈ ਕਿ ਇਕੱਲਾ ਰੂਸ ਸੋਵੀਅਤ ਸੰਘ ਜਾਂ USSR ਦੀ ਵਿਰਾਸਤ ਨੂੰ ਯੂਨਾਈਟਿਡ ਸੋਸ਼ਲ ਸੋਰਮੈਂਟ ਆਫ ਰਸ਼ੀਆ, ਐਗਜ਼ੈਕਟਲੀ। ਤਾਂ ਉਹ ਕਹਿੰਦੇ ਕਿ ਸਾਨੂੰ ਵੀ ਇਸ ਤਰ੍ਹਾਂ ਦੇਖੋ ਕਿ ਜਿਵੇਂ ਤੁਸੀਂ 47 ਦੀ ਲੜਾਈ ਆਜ਼ਾਦੀ ਲੈਤੀ ਸੀ, ਅਸੀਂ ਵੀ ਆਜ਼ਾਦੀ ਲੈ ਰਹੇ ਹਾਂ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਮਿਸਾਲ ਦੇ ਤੌਰ ਤੇ ਜੇ ਇੰਡੀਆ ਕੱਲ ਨੇਪਾਲ ਤੇ ਹਮਲਾ ਕਰ ਲਵੇ, ਅਗਰ ਇਹ ਗਲਤ ਹੋਏ ਨਾ, ਸਾਡੀ ਜ਼ੁਲਮ ਹੋਏਗਾ ਸਾਡੇ ਹੱਥੋਂ, ਇਹ ਗਲਤ। ਤਾਂ ਉਹ ਰਸ਼ੀਆ ਨੇ ਸਿਰਫ ਇੰਨਾ ਕਿਹਾ ਕਿ ਜਿਵੇਂ ਮੈਂ ਤੁਹਾਨੂੰ ਰਸ਼ੀਅਨ 'ਚ ਕਿਹਾ ਸੀ ਕਿ ਬਲਸ਼ਾਇਆ ਰੂਸ, ਮਾਲਿੰਕੀ ਰੂਸ, ਬੇਲਾਰੂਸ, ਉਹਨਾਂ ਦਾ ਮਤਲਬ ਹੁੰਦਾ ਕਿ ਵੱਡਾ ਰਸ਼ੀਆ, ਚਿੱਟਾ ਰਸ਼ੀਆ ਤੇ ਛੋਟਾ ਰਸ਼ੀਆ। ਤਾਂ ਉਹਨਾਂ ਨੇ ਬੇਲਾਰੂਸ ਨੂੰ ਤਾਂ ਆਪਣਾ ਪਪੇਟ ਕੰਟਰੀ ਬਣਾ ਲਿਆ, ਤੇ ਉਹ ਕਹਿੰਦੇ ਯੂਕਰੇਨ ਤੁਹਾਡੀ ਆਇਡੈਂਟੀਟੀ ਨਹੀਂ ਕੋਈ, ਤੁਸੀਂ ਤਾਂ ਉਹਨਾਂ ਨੂੰ ਵੀ ਪਪੇਟ ਬਣਾਉਣਾ ਚਾਹੁੰਦੇ ਸੀ, ਪਪੇਟ ਬਣਾਉਣਾ ਚਾਹੁੰਦੇ ਤਾਂ ਬੇਲਾਰੂਸ ਨੂੰ ਬਣਾਇਆ ਸੀਗਾ। ਬਿਲਕੁਲ ਜੀ ਬਿਲਕੁਲ, ਇਹ ਇਹਦਾ ਤਾਂ ਇੱਕ ਡਿਕਟੇਟਰਸ਼ਿਪ ਦੇ ਤਹਿਤ, ਡਿਕਟੇਟਰਸ਼ਿਪ ਦੇ ਤਹਿਤ ਉਹ ਤਾਂ ਉਹਨਾਂ ਨੇ ਕਿਹਾ ਤੁਸੀਂ ਐਸ ਫਾਰ ਐਜ਼ ਕੰਟਰੀ ਐਂਡ ਪੋਲੀਟੀਕਲ ਸਿਸਟਮ ਐਂਡ ਜੋ ਵੀ ਤੁਸੀਂ ਦੇਖੋ ਜੀ 1999 ਦਾ ਪੁਤਿਨ ਉੱਥੇ ਬੈਠੇ ਹੈ, ਕਿ ਮੈਂ ਜ਼ਿਆਦਾ ਪੋਲੀਟਿਕਸ ਨਹੀਂ ਕਰਦਾ, ਮੈਂ ਹਿਊਮੈਨਿਟੇਰੀਅਨ ਗੱਲ ਕਰਨਾ ਚਾਹੁੰਦਾ, ਪਰ ਫਿਰ ਵੀ ਆਈ ਵਾਂਟ ਟੂ 99 ਤੋਂ ਪੁਤਿਨ ਉੱਥੇ। ਤਾਂ ਉਹ ਕਹਿੰਦੇ ਯੂਕਰੇਨ ਕੀ ਵਾਟ ਡੂ ਯੂ ਆਫਰ, ਅਸੀਂ ਇਸ ਤਰ੍ਹਾਂ ਦੀ ਡਿਕਟੇਟਰਸ਼ਿਪ ਨਹੀਂ ਚਾਹੁੰਦੇ, ਸਾਨੂੰ ਡੈਮੋਕ੍ਰੇਸੀ ਅੱਛੀ ਲੱਗਦੀ ਕਿ ਹਰ 2, 4, 5 ਸਾਲ 10 ਸਾਲ ਮੈਕਸਿਮਮ ਬਦਲਾਵ ਆਵੇ, ਐਂਡ ਸਾਨੂੰ ਜਿਵੇਂ ਯੂਰੋਪੀਅਨ ਜਾਂ ਇੰਡੀਅਨ ਜਾਂ ਵੈਸਟਰਨ ਸਿਸਟਮਸ ਹੈ ਉਹ ਅੱਛੇ ਲੱਗਦੇ ਨੇ ਕਿ ਚੇਂਜ ਹੁੰਦੇ, ਤਬਦੀਲੀਅਤ ਇੱਕ ਖੂਨ ਹੈ, ਇੱਕ ਆਕਸੀਜਨ ਹੈ ਇੱਕ ਡੈਮੋਕ੍ਰੇਸੀ ਲੋਕਤੰਤਰ ਦਾ। ਤਾਂ ਉਹਨੂੰ ਪਸੰਦ ਨਹੀਂ ਆਈ ਪੁਤਿਨ ਨੂੰ ਗੱਲ। ਉਹ ਕਹਿੰਦਾ ਤੁਸੀਂ ਮੇਰੇ ਨੇਬਰ ਹੋ ਕੇ ਇਹੋ ਜਿਹੀ ਗੱਲ ਕਿਵੇਂ ਕਰ ਰਹੇ। ਤਾਂ ਇਹ ਕੋਈ ਨੇਟੋ ਵਾਲੀ ਗੱਲ ਨਹੀਂ, ਕੋਈ ਅਮਰੀਕਾ ਨੇ ਛੇੜੀ ਹੋਈ ਹੈ, ਕੋਈ ਪਪੇਟ ਨੇ, ਕੋਈ ਨਹੀਂ ਹੈ। ਇਹ ਗਲਤ ਫਹਿਮੀਆਂ ਮੈਂ ਬਿਲਕੁਲ ਦੂਰ ਕਰਨਾ ਚਾਹੁੰਦਾ ਆਪਣੀ ਆਮ ਜਨਤਾ ਤੋਂ ਕਿ ਇਹ ਕੋਈ ਕਿਸੇ ਨੇ ਦੂਰੋਂ ਛੇੜ ਕੇ ਡਰਵਾਈ ਨਹੀਂ, ਉਹਨਾਂ ਤੇ ਹਮਲਾ ਗਲਤ ਹੋਇਆ। 2014 ਚ ਪਹਿਲਾ ਹਮਲਾ ਕੀਤਾ, ਕ੍ਰਾਈਮੀਆ ਲੈ ਲਿਆ, ਫਿਰ ਦੰਬਾਸ ਰੀਜਨ ਚ ਡੋਨੇਟਸਕ, ਲੁਹਾਂਸ ਲੈ ਲਿਆ, ਜਿਵੇਂ ਤੁਸੀਂ ਕਹਿ ਰਹੇ ਹੋ 3 ਵੱਡੇ ਰਾਜੇ ਲੈ ਲਏ। ਉਹ ਉਸ ਟਾਈਮ ਤੇ ਇਹਨਾਂ ਕੋਲ ਆਪਣੀ ਮਿਲਟਰੀ ਵੀ ਨਹੀਂ ਸੀ, ਉਹਦੇ ਬਾਅਦ ਬਣਾਈ ਹੈ ਮਿਲੀਸ਼ੀਆ ਮਿਲਟਰੀ। ਹਾਂ, ਉਹਨਾਂ ਨੇ ਸੋਚਿਆ ਕਿਉਂਕਿ 1994 ਤੱਕ, ਜੇ ਥੋੜੀ ਜਿਹੀ ਹਿਸਟਰੀ ਦੱਸਾਂਗਾ ਜੇ ਆਪਣੇ ਦਰਸ਼ਕਾਂ ਨੇ, ਤੁਹਾਡੇ ਆਵਾਮ ਲਈ, ਕਿ
ਜਦ ਟੁੱਟੇ 1991 ਚ ਦੁਨੀਆ ਦੇ 3 ਵੱਡੇ ਦੇਸ਼ ਜਿਨ੍ਹਾਂ ਕੋਲ ਨਿਊਕਲੀਅਰ ਬੰਬ ਸੀਗੇ, ਨਿਊਕਲੀਅਰ ਇੰਸਟਰੂਮੈਂਟ। ਪਹਿਲੇ ਨੰਬਰ ਤੇ US ਸੀ, US ਦੂਜੇ ਨੰਬਰ ਤੇ ਰਸ਼ੀਆ, ਤੀਜੇ ਨੰਬਰ ਤੇ ਯੂਕਰੇਨ। ਤਾਂ ਯੂਕਰੇਨ ਨੂੰ US, ਯੂਰਪ, UK ਤੇ ਰਸ਼ੀਆ ਨੇ ਬੈਠ ਕੇ ਬੁਡਾਪੈਸਟ ਐਗਰੀਮੈਂਟ ਕੀਤਾ ਸੀ ਹੰਗਰੀ ਵਿੱਚ ਕਿ ਤੁਹਾਡੇ ਤੇ ਕਦੇ ਕੋਈ ਹਮਲਾ ਨਹੀਂ ਹੋਗਾ। ਕਿਹੜਾ ਐਗਰੀਮੈਂਟ ਦੱਸਿਆ ਜੀ? ਬੁਡਾਪੈਸਟ ਮੈਮੋਰੈਂਡਮ ਕਹਿੰਦੇ। ਬੁਡਾਪੈਸਟ ਕੈਪੀਟਲ ਹੈਗੀ ਹੰਗਰੀ ਦੀ। ਓਕੇ, ਹੰਗਰੀ ਦੀ ਬੁਡਾਪੈਸਟ। ਉੱਥੇ ਬੈਠ ਕੇ ਇਹਨਾਂ ਨੇ ਯੂਕਰੇਨ ਨੂੰ ਕਿਹਾ ਤੁਸੀਂ ਆਪਣੇ ਸਾਰੇ ਜਿਹੜੇ ਆਪਣਾ ਯੂ ਬੰਬਸ ਹੈ, ਜਿਹੜੇ ਵੀ ਆਪਣੇ ਨਿਊਕਲੀਅਰ ਬੰਬਸ ਹੈ, ਉਹ ਐਟਮ ਬੰਬਸ ਹੈ, ਸਾਰੇ ਸਰੈਂਡਰ ਕਰ ਦਿਓ, ਲੇਕਿਨ ਉਹਦੇ ਬਦਲੇ ਅਸੀਂ ਇੱਕ ਕਰਾਰਦਾਦ ਕਰਾਂਗੇ, ਜਿਵੇਂ ਇੱਕ ਅਗਰੀਮੈਂਟ ਕਰਾਂਗੇ ਕਿ ਤੁਹਾਡੀ ਦਫਾ ਕੀਤੀ ਜਾਵੇਗੀ ਜੇ ਸਾਡੇ ਵਿੱਚੋਂ ਕੋਈ ਹਮਲਾ ਕਰੇ ਤੇ ਤੁਹਾਡੀ ਆਪਣੀ ਹਿਫਾਜ਼ਤ ਦਾ ਅਸੀਂ ਗਾਰੰਟੀ ਦਿੰਦੇ ਜ਼ਿੰਮਾ ਲੈਂਦੇ। ਠੀਕ ਹੈ। ਹੁਣ ਦੇਖੋ ਜੀ, ਜੇ ਇੰਨੀ ਵੱਡੀ ਗੱਲ ਅਗਰੀਮੈਂਟ ਹੋਈ ਹੈ ਤਾਂ ਉਹਨਾਂ ਨੇ ਆਪਣੀ ਦੇਖੋ, ਜਿਵੇਂ ਅੱਜ ਦੀ ਡੇਟ 'ਚ ਇੰਡੀਆ ਪਾਕਿਸਤਾਨ ਹੈ, ਦੋਨਾਂ ਕੋਲ ਨਿਊਕਲੀਅਰ ਵੈਪਨ ਹੈ, ਤਾਂ ਐਟਲੀਸਟ ਦੋਨਾਂ ਥੋੜਾ ਜਿਹੀ ਲੜਾਈ ਵੀ ਹੁੰਦੀ ਸੰਭਲ ਕੇ ਹੁੰਦੀ ਹੈ ਥੋੜੀ ਜਿਹੀ, ਕਿ ਜੇ ਹਿੰਮਤ ਨਾ ਹੁੰਦੀ ਰਸ਼ੀਆ ਦੀ ਇਸ ਤਰ੍ਹਾਂ ਦਾਦਾਗਿਰੀ ਕਰਨ ਦੀ, ਜੇ ਉਹਨਾਂ ਕੋਲ ਅਜੇ ਵੀ ਨਿਊਕਲੀਅਰ ਹੈ, ਉਹਨੇ ਕਿਹਾ ਕਿ ਅਸੀਂ ਗੁੱਡਵਿਲ ਨਾਲ ਤੁਹਾਨੂੰ ਸਾਰੇ ਆਪਣੇ ਨਿਊਕਲੀਅਰ ਵੈਪਨ ਦੇਤੇ ਸੀ। ਥਰਡ ਬਿਗੇਸਟ। ਤਾਂ ਤੁਸੀਂ ਇਹ ਕੀ ਮਤਲਬ ਹੋਇਆ ਕਿ ਹੁਣ ਤੁਸੀਂ ਦੇਖ ਕੇ ਹਮਲਾ ਹੀ ਕਰ ਲਿਆ? ਇਹ ਦਿਸ ਇਜ਼ ਰੋਂਗ, ਸਿੰਪਲੀ ਪੁੱਟ ਇਹ ਗਲਤ ਹੈ। ਅੱਛਾ, ਜਦੋਂ ਸਰ ਇਹ ਡਿਜ਼ਾਸਟਰ ਆਇਆ, ਜਿਹਨੂੰ ਆਪਾਂ ਕਹਿ ਦਈਏ ਹਿਊਮਨ ਮੇਡ ਡਿਜ਼ਾਸਟਰ ਹੀ ਹੈ। ਹਾਂਜੀ, ਬਿਲਕੁਲ। ਇੱਕ ਤਰ੍ਹਾਂ ਦਾ ਆਪਾਂ ਵਾਰ ਕਹਿ ਦਈਏ ਨਾ, ਵੀ ਵਾਰ ਜਦੋਂ ਹੋਇਆ, ਜੋ ਤੁਹਾਨੂੰ ਇਹਦੇ ਬਾਰੇ ਇਨਫੋਰਮ ਕੀਤਾ ਗਿਆ, ਤੁਹਾਨੂੰ ਫੋਨ ਆਇਆ ਯੂਕਰੇਨ ਤੋਂ, ਹਾਂਜੀ, ਦੈਨ ਤੁਸੀਂ ਕਿਦਾਂ ਦਾ ਫੀਲ ਕੀਤਾ? ਨਹੀਂ ਸਰ, ਮੈਂ ਉਸ ਟਾਈਮ ਯੂਕਰੇਨ ਸੀ। ਅੱਛਾ, ਤੁਹਾਡੀ ਫੈਮਿਲੀ ਨੂੰ ਤੁਹਾਡਾ ਇਸ਼ੂ ਮੇਰੀ ਫੈਮਿਲੀ ਮੇਰੇ ਨਾਲ ਸੀ, ਅਸੀਂ ਉੱਥੇ ਹੀ ਪੋਸਟਡ ਸੀ ਯੂਕਰੇਨ। ਵੀ ਵਰ देयर ਔਨ ਦ ਸਪੌਟ ਬਿਫੋਰ ਦ ਵਾਰ ਸਟਾਰਟਡ। ਤਾਂ ਅਸੀਂ ਦ ਨਾਈਟ ਆਫ ਦ ਵਾਰ, ਜਿਹੜੀ ਰਾਤ ਹੈ ਵਾਰ ਦੀ, ਫੈਬਰੀ, ਮੈਨੂੰ ਤਾਂ ਡੇਟ ਵੀ ਪੂਰੀ ਕਲੀਅਰ, ਜਿਵੇਂ ਇਹ ਬੱਚਿਆਂ ਨਾਲ ਭੱਜੇ ਸੀ, ਵਾਈਫ ਨਾਲ ਭੱਜੇ ਸੀ, ਫੈਬਰੀ 24 2022 ਨੂੰ 5 ਵਜੇ ਮਿਸਲ ਗਿਰੀ। ਉਸ ਤੋਂ ਉਹਦੀ ਰਾਤ ਨੂੰ ਜਿਹੜੀ ਲਾਸਟ ਫਲਾਈਟ ਨਿਕਲੀ, ਉਸ ਤੋਂ ਉਹਦੇ ਤੇ 24 ਫੈਬਰੀ ਦੀ ਰਾਤ ਨੂੰ ਲਾਸਟ ਫਲਾਈਟ ਨਿਕਲੀ ਸੀ। ਲਾਸਟ ਫਲਾਈਟ ਨਿਕਲੀ ਉਹਦੇ ਤੇ ਯੂਕਰੇਨ ਤੋਂ ਨਹੀਂ, ਯੂਕਰੇਨ ਤੋਂ ਅਸੀਂ ਪੋਲੈਂਡ ਗਏ ਸੀ। ਹਾਂ, ਪੋਲੈਂਡ ਗਏ ਤੇ ਫਿਰ 5 ਘੰਟੇ ਬਾਅਦ ਬੰਬ ਸਾਰੀ ਮਿਸਾਈਲ ਗਿਰਨੀ ਸ਼ੁਰੂ ਹੋਈ। ਸਾਨੂੰ ਫਿਰ ਫੋਨ ਆਇਆ ਕਿ ਕਿੱਥੇ ਹੋ ਤੁਸੀਂ, ਕੀ ਹੈ? ਅਸੀਂ ਕਿਹਾ ਅਸੀਂ ਤਾਂ ਠੀਕ ਹੈ, ਕਿੰਨੀ ਫੋਨ ਕਿਉਂ ਕਰ? ਕਹਿੰਦੇ ਤੁਸੀਂ ਜੋ ਬਾਲ ਬੱਚੇ ਹੋ, 5 ਘੰਟੇ ਬਾਅਦ ਕੀ ਤੁਸੀਂ ਉਠੋ। ਸਾਰੇ ਉੱਥੇ ਅੱਗ ਲੱਗੀ ਹੈ। ਜਦ ਤੁਸੀਂ ਪੋਲੈਂਡ ਪਹੁੰਚੇ। ਓਕੇ, ਉਸ ਤੋਂ ਬਾਅਦ ਉਹਦੇ ਬਾਅਦ ਫਿਰ ਅਸੀਂ ਸਾਰਾ ਸਾਡੇ ਘਰ 2 ਘਰ ਸੀਗੇ, ਸਭ ਛੱਡ ਕੇ, ਅਜੇ ਤੱਕ ਵੀ ਸਮਾਨ ਨਹੀਂ ਕੱਢਿਆ, ਸਭ ਛੱਡ ਕੇ ਸਿਰਫ ਇੱਕ ਅਟੈਚੀ ਲੈ ਕੇ ਬੱਚਿਆਂ ਦੀ ਜਿਵੇਂ ਜਾਨ ਬਚਾ ਕੇ, ਜਿਵੇਂ ਮਾਂ ਨੇ ਕਿਹਾ ਸੀ ਕਿ ਤੁਸੀਂ ਤਾਂ ਮੈਨੂੰ ਬਟਵਾਰਾ ਯਾਦ ਲਾਤਾ, 1947 ਯਾਦ ਲਾਤਾ ਕਿ ਅਸੀਂ ਸਭ ਕੁਝ ਛੱਡ ਕੇ ਆਏ ਸੀ, ਸੋਚ ਕੇ ਆਏ ਸੀ 2 ਦਿਨ ਬਾਅਦ ਚੱਲ ਜਾਾਂਗੇ, ਪਰ ਅਸੀਂ 10-12 ਦਿਨ ਵੇਟ ਕੀਤਾ ਪੋਲੈਂਡ। ਅੱਛਾ, ਤੁਹਾਨੂੰ ਬਲੇਮ ਕਰ ਰਹੇ ਸੀਗੇ? ਹਾਂ, ਕੀ ਬਲੇਮ ਕਰ ਰਹੇ ਸੀ ਤੁਸੀਂ, ਕਿੱਧਰ ਲੈ ਕੇ ਮਤਲਬ ਤੁਹਾਨੂੰ ਫਸਾਤਾ? ਹਾਂ, ਮਤਲਬ ਨਹੀਂ, ਉਹ ਬਲੇਮ ਤਾਂ ਨਹੀਂ ਕਰ ਰਹੇ ਸੀ, ਪਰ ਸਾਨੂੰ ਮਤਲਬ ਮਾਤਾ ਜੀ ਕਹਿੰਦੇ ਸੀ ਕਿ ਤੁਸੀਂ ਯਾਦ ਦਿਲਾਤੀ, ਜਿਵੇਂ ਨਾ 47 ਦੀ ਕਰੇਜ ਹੋ ਗਈ, ਜਿਵੇਂ ਨਾ ਕਹਿੰਦੇ ਕੋਈ ਨਾ, ਬਲਕਿ ਹਿੰਮਤ ਦੇ ਰਹੇ ਸੀ, ਕਹਿੰਦੇ ਕਿ ਚੜ੍ਹਦੀ ਕਲਾ, ਕੋਈ ਨਾ, ਜੇ ਅਸੀਂ ਉਸ ਸਟੇਜ ਤੋਂ ਉੱਠ ਗਏ, ਤੁਸੀਂ ਵੀ ਦੁਬਾਰਾ ਉੱਠ ਜਾਓਗੇ। ਜੇ ਤੁਹਾਡੇ ਲਾਸਿਸ ਹੋਏ ਨੇ, ਲਾਈਫ ਟੁੱਟੀ ਹੈ, ਤਾਂ ਕੋਈ ਦੁਬਾਰਾ ਜੁੜ ਜਾਓਗੇ। ਰੱਬ ਦੀ ਮਿਹਰ ਨਾਲ ਤੁਸੀਂ ਚਾਰੇ ਜਿੰਦੇ ਹੋ ਕਿ ਤੁਸੀਂ ਚਾਰੇ ਨਿਕਲ ਆਏ, ਤਾਂ ਬਸ ਇਹ। ਫਿਰ ਮੈਨੂੰ ਜਦ ਫੋਨ ਆਇਆ ਸੀ ਉਹ ਅਬਾਊਟ 6 months ago ਪ੍ਰੈਜ਼ੀਡੈਂਟ ਜ਼ੈਲੈਂਸਕੀ ਆਫਿਸ ਦਾ, ਕਿ ਤੁਸੀਂ ਆ ਜਾਓ ਦੁਬਾਰਾ, ਲੇਕਿਨ ਅਕੇਲੇ ਆਓ, ਲੇਕਿਨ ਜਸਟ ਫॉर ਮੀਟਿੰਗਸ ਆਓ। ਅੱਛਾ, ਯੂਕਰੇਨ ਦੁਬਾਰਾ ਤੁਸੀਂ ਗਏ? ਹਾਂ, ਫਿਰ ਮੈਂ ਇਧਰੋਂ ਆਪਣਾ ਪੋਲੈਂਡ ਤੋਂ ਯੂਕਰੇਨ ਗਿਆ, and then I managed to meet matlab the cabinet, prime minister, president and defense minister and all, taki fir asi ek grain from Ukraine program shuru kita. Grain for Ukraine? Yeah, grain from Ukraine, which grain from, ha, ye bahut pecheeda ji gall hai ki dekho, jiਵੇਂ ਪੰਜਾਬ bread basket of India hai, right, Ukraine ਦੀ ਜ਼ਮੀਨ ਬਹੁਤ ਉਪਜਾਊ ਹੈ, ਤਾਂ ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਵੀ ਵਰ ਕਾਲਡ ਬ੍ਰੈਡ ਬਾਸਕਟ ਆਫ ਯੂਰਪ, ਮਤਲਬ ਅਸੀਂ ਸਾਰਾ ਅਨਾਜ ਇੱਥੋਂ ਦਿੰਦੇ ਸੀ ਯੂਰੋਪੀਅਨ ਕੰਟਰੀ ਜਿੱਥੇ ਵੀ ਜਿਹਨਾਂ ਨੂੰ ਲੋੜ ਸੀ। ਲੇਕਿਨ ਸਾਡਾ ਜਿਹੜਾ ਸਾਊਥ 'ਚ ਬਲੈਕ ਸੀ ਹੈ, ਉਹ ਨੇਵਲ ਬਲੌਕੇਡ ਹੋ ਗਿਆ, ਰਸ਼ੀਆ ਨੇ ਬਲੌਕ ਕਰਤਾ। ਕਹਿੰਦੇ ਸਾਡੀ ਸਾਰੀ ਜਿਹੜੀ ਫਸਲ ਹੈ ਬੇਕਾਰ ਹੋ ਰਹੀ ਹੈ। ਓਕੇ, ਕਹਿੰਦੇ ਤੇ ਅਸੀਂ ਫ੍ਰੀ 'ਚ ਦੇਣ ਨੂੰ ਤਿਆਰ ਹਾਂ, ਪਰ ਤੁਸੀਂ ਥੋੜਾ ਜਿਹਾ ਅਰੇਂਜਮੈਂਟ ਕਰੋ ਐਂਡ ਤੁਸੀਂ ਸਮਝਾਓ ਕਿ ਅਸੀਂ ਸਾਡੇ ਤੇ ਇੰਨੀ ਗੁਜ਼ਰ ਰਹੀ ਹੈ, ਸਾਡੇ ਤੇ ਇੰਨਾ ਜੰਗ ਹੋ ਰਿਹਾ, ਪਰ ਫਿਰ ਵੀ ਸਾਡੇ ਆਪਣੀ ਜ਼ਰੂਰਤਾਂ ਨੂੰ ਪੂਰੀ ਕਰਕੇ ਬਾਕੀ ਜਿੰਨੀ ਵੀ ਉਪਜ ਹੈ ਅਸੀਂ ਦੇਣ ਨੂੰ ਤਿਆਰ ਹਾਂ। ਤਾਂ ਫਿਰ ਇਹ ਗ੍ਰੇਨ ਫਰਮ ਯੂਕਰੇਨ ਪ੍ਰੋਗਰਾਮ ਹਾਂ ਪੈਦਾ ਹੋਇਆ ਕਿ ਅਸੀਂ ਇਹ ਕਿਸ ਤਰ੍ਹਾਂ ਕੀ, ਕਿਉਂਕਿ ਉਹਨੂੰ ਭੇਜਣਾ ਬੜਾ ਮਹਿੰਗਾ ਹੋ ਗਿਆ। ਕਹਿੰਦੇ ਕਿ ਜਿੱਥੇ ਅਫਰੀਕਾ 'ਚ ਲੋੜ ਹੈ, ਜਿੱਥੇ ਏਸ਼ੀਆ 'ਚ ਲੋੜ ਹੈ, ਜਿੱਥੇ ਵੀ ਗਰੀਬ ਟ੍ਰਾਂਸਪੋਰਟੇਸ਼ਨ ਕਾਫੀ ਟੂ ਮਚ ਕਾਸਟਲੀ ਪੜਦੀ ਸੀ। ਕਾਫੀ ਉਹਦਾ ਪਰ ਬਾਰਜ ਜਿਹੜੇ ਸੈਵਰਲ ਟਨਸ ਜਾਂਦੇ ਨੇ, ਉਹਦੀ ਕਾਸਟ ਹੀ $25 million ਪੈ ਜਾਂਦੀ ਪਰ
ਸ਼ਿਪਮੈਂਟ ਦੀ। ਤਾਂ ਫਿਰ ਡੋਨਰ ਕੰਟਰੀਜ਼ US ਐਂਡ ਯੂਰਪ ਨੇ ਕਿਹਾ ਕਿ ਵੀ ਵਿਲ ਪੇ ਦ ਕਾਸਟ ਆਫ ਟਰਾਂਸਪੋਰਟੇਸ਼ਨ, ਤੁਸੀਂ ਬਾਕੀ ਨੈਗੋਸ਼ੀਏਸ਼ਨਸ ਕਰੋ। ਤਾਂ ਹੁਣ ਤੱਕ 3-4 ਸ਼ਿਪਮੈਂਟਸ ਜਾ ਚੁੱਕੀਆਂ ਨੇ ਅਫਰੀਕਾ ਦੇ ਨੇਸ਼ਨਸ ਨੂੰ। ਇੱਕ ਤਾਂ ਦੇਖੋ ਅਸੀਂ ਡਿਸਾਈਡ ਕੀਤਾ ਪਹਿਲੇ 10 ਨੇਸ਼ਨਸ, ਯੈਮਨ ਜਿੱਥੇ ਜੰਗ ਚੱਲ ਰਹੀ ਹੈ, ਅਫਗਾਨਿਸਤਾਨ ਜਿੱਥੇ ਮੁਸ਼ਕਿਲ ਆ ਰਹੀ ਹੈ, ਬਾਕੀ 8 ਕੰਟਰੀਜ਼ ਅਫਰੀਕਾ 'ਚ, एरिट्रिया, इथियोपिया, सोमालिया, and then फिर वेस्टर्न अफ्रीका च नाइजीरिया became the entry point, इधर केन्या became the entry point। तो slowly ऐड कर रहे हैं। जैसे उन लेबनान च प्रॉब्लम चल रही था, मे बी लेबनान एंड गाजा च रिक्वेस्ट आई है। सो ये बेसिकली रिक्वेस्ट यूक्रेन ਦੀ ਇਹ ਹੈ ਕਿ ਅਸੀਂ ਆਪਣਾ ਦਵਾਂਗੇ, ਪਰ ਤੁਸੀਂ ਥੋੜਾ ਸਾਡੇ ਵੱਲ ਵੀ ਨਾ ਥੋੜੀ ਤਵੱਜੋ ਇਸ ਤਰ੍ਹਾਂ ਦਿਓ ਕਿ ਅਸੀਂ ਤੁਹਾਡੇ ਐਨੀਮੀ ਨਹੀਂ ਹੈ, ਅਸੀਂ ਅਮਰੀਕਾ ਦੇ ਕੋਈ ਪਪਟ ਨਹੀਂ ਹੈ, ਅਸੀਂ ਕੁਛ ਨਹੀਂ, ਆਪਣੀ ਆਜ਼ਾਦੀ ਦੀ ਜੰਗ ਲੜ, ਜਿਵੇਂ ਤੁਸੀਂ ਵੀ ਆਰ ਇੰਡੀਪੈਂਡੈਂਟ ਕਿ ਰਸ਼ੀਆ ਇਜ਼ ਆਲਸੋ ਇੰਪੀਰੀਅਲ। ਜੇ ਤੁਹਾਡੇ ਇੰਗਲੈਂਡ ਨੇ ਕਿਸੇ ਦੇ ਕਲੋਨੀ ਕੀਤੀ ਸੀ ਜਾਂ ਫਰਾਂਸ ਨੇ ਕੀਤੀ ਸੀ ਅਫਰੀਕਾ 'ਚ, ਹੁਣ ਸਾਨੂੰ ਕੋਲੋਨਾਈਜੇਸ਼ਨ ਕੀਤੀ ਜਾ ਰਹੀ ਹੈ ਬਾਏ ਰਸ਼ੀਆ। ਤਾਂ ਅਸੀਂ ਡੀਕੋਲੋਨਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ, ਆਪਣੀ ਆਜ਼ਾਦੀ ਨੂੰ ਕਲੇਮ ਕਰਨਾ ਚਾਹੁੰਦੇ। ਤੇ ਤੁਸੀਂ ਤੁਹਾਨੂੰ ਸਭ ਨੂੰ ਐਕਸਪੀਰੀਅੰਸ ਹੈ ਆਜ਼ਾਦੀ ਕੀ ਮਾਨੀ ਰੱਖਦਾ, ਕੀ ਮਤਲਬ ਰੱਖਦਾ, ਤੇ ਤੁਸੀਂ ਵੀ ਸਾਡੀ ਥੋੜਾ ਜਿਹਾ ਸਾਨੂਭੂਤੀ ਦਿਓ, ਸਪੋਰਟ ਦਿਓ। ਤਾਂ ਇਨ ਐਕਸਚੇਂਜ ਕਹਿ ਲਓ, ਵੈਸੇ ਐਕਸਚੇਂਜ ਤਾਂ ਨਹੀਂ ਕਹਿਣਾ ਚਾਹੀਦਾ। then after that you were awarded by the California? Yes, so that was a very pleasant surprise. Okay. Actually, मैं ਹੁਣ ਉੱਥੋਂ ਹੀ ਆ ਰਿਹਾ actually from the US, California, ਨਿਊਯਾਰਕ। ਮੇਰੇ ਬ੍ਰਦਰ ਨਿਊਯਾਰਕ ਰਹਿੰਦੇ, ਮੈਂ ਫਿਰ ਮੈਂ ਬ੍ਰਦਰ ਨੂੰ ਵੀ ਮਿਲਿਆ ਵਾਂ। ਤਾਂ तो कैलिफोर्निया दे कॉन्टैक्टेड मी। मैं बल्कि फनी गल दसदा कि 6 महीने पहले जब इन्हां दा ईमेल आया सी, मैं क्या पता नहीं कोई वो फ्रॉड लगदा है, कोई उन्हें पैसे मंगणगे कि मेरी वाइफ। अच्छा, ਤੁਹਾਨੂੰ ਇਦਾਂ ਫੀਲ ਆਇਆ ਜਦੋਂ ਫੋਨ ਆਇਆ? हाँ, कि मैं क्या देखो बंदा एक काम तो कोई अवार्ड ही तो करता नहीं है, कोई कुछ नहीं। मैं क्या पता नहीं कोई कह रहा है, किसी ने नेट पे रिसर्च विकीपीडिया कुछ पढ़िया होना है, कुछ वो जान के मेरे तो पता नहीं, मेरे लगा कोई कितों कोई गलत, तो फिर आगे वो पैसे मांग। मेरी वाइफ ने ਤੁਸੀਂ ਦੇਖ ਤਾਂ ਲਓ, ਇੱਕ ਵਾਰ ਰਿਪਲਾਈ ਤਾਂ ਕਰੋ ਕੀ ਜੀ। ਤਾਂ ਉਹ ਦੇਖਿਆ ਕਿ ਉਹ legitimate.edu ਸੀਗਾ, ਉਹ ਯੂਨੀਵਰਸਿਟੀ ਕੈਲੀਫੋਰਨੀਆ। ਤਾਂ ਮੈਂ ਕਿਹਾ ਅੱਛਾ, ਦੈਟਸ ਵੈਰੀ ਇੰਟਰਸਟਿੰਗ। ਫਿਰ ਮੈਂ ਉਹਨਾਂ ਨੂੰ ਰਿਪਲਾਈ ਕੀਤਾ, ਫਿਰ ਉਹਨਾਂ ਨੇ ਇੱਕ ਸੰਪਰਕ ਸ਼ੁਰੂ ਕੀਤਾ, ਕਹਿੰਦੇ ਦੇਖੋ ਜੀ ਦਿਸ ਇਜ਼ ਲੈਜੀਟਿਮੇਟ ਯੂਨੀਵਰਸਿਟੀ ਫੈਲਟ ਕਿ ਤੁਸੀਂ 5 ਮਹਾਦਵੀਪ ਤੇ ਜਿਵੇਂ 5 ਕੰਟੀਨੈਂਟਸ ਤੇ ਕੰਮ ਕੀਤਾ, ਸੇਵਾ ਕੀਤੀ, ਸੋ ਵੀ ਵੁੱਡ ਲਾਈਕ ਟੂ ਗਿਵ ਅ ਗਲੋਬਲ ਸਰਵਿਸ ਅਵਾਰਡ। ਇਹ ਅਸੀਂ ਹਰ 2 ਸਾਲ ਸਿਰਫ 2-3 ਨੂੰ ਦਿੰਦੇ ਨੇ, ਅਸੀਂ 40-50 ਸਾਲ ਦੇ। ਤਾਂ ਸਾਡੇ ਜਿਵੇਂ 2 ਮਿਲੀਅਨ plus graduates हैं, तो 40 ਨੂੰ ਮਿਲਿਆ, 30 to 40 only have gotten it over the period। ਤਾਂ would you, ਅਸੀਂ we will bring you and सम्मानित करना चाहते हैं। ਤਾਂ ਮੈਨੂੰ ਬੜਾ और सरप्राइजिंग लिया। फिर मैं जस्ट इवन जब 2 weeks ago जब ਜਾਣ ਤੋਂ ਪਹਿਲਾਂ ਵੀ ਮੈਂ ਵਾਈਫ ਨੂੰ ਕਿਹਾ, ਮੈਨੂੰ ਬੜਾ ਅਜੀਬ ਜਿਹਾ ਲੱਗ ਰਿਹਾ ਕਿ ਮੇਬੀ ਦਿਸ ਇਜ਼, ਲੋਕੀ ਕਿੰਨੇ ਸਫਰ ਕਰਦੇ, ਅਸੀਂ ਤਾਂ ਬਸ ਥੋੜੀ ਦੇਰ ਲਈ ਜਾਂਦੇ ਹਾਂ, ਸਾਡੇ ਕੋਲ ਤਾਂ ਐਗਜ਼ਿਟ ਵੀ ਹੁੰਦਾ ਹੈ। ਉਹਨੇ ਕਿਹਾ ਤੁਸੀਂ ਜਾਓ, ਤੁਸੀਂ ਦੇਖੋ ਬੜੇ ਇੱਜ਼ਤ ਨਾਲ ਬੁਲਾ ਰਹੇ। ਫਿਰ ਉੱਥੇ ਜਾ ਕੇ ਫਿਰ ਮੈਨੂੰ ਬਾਅਦ 'ਚ ਫੀਲ ਆਇਆ ਜਦ ਮੈਨੂੰ ਸਪੀਚ ਦੇਣੀ ਪਈ, ਔਰ ਸਾਰੇ ਲੋਕ ਬੈਠੇ ਸੀ, about 400-500 ਲੋਕ ਬੈਠੇ, ਹਰੇਕ ਮਿਨੀਮਮ $250 ਦੇ ਕੇ ਸੁਣਨ ਆਇਆ। ਮੈਨੂੰ ਬੜੇ ਔਡ ਲੱਗਿਆ, ਮੈਂ ਪੈਸੇ ਮੈਨੂੰ ਨਹੀਂ ਮਿਲੇ, ਯੂਨੀਵਰਸਿਟੀ ਨੂੰ ਮਿਲ ਰਹੇ, ਪਰ ਆਈ ਵਾਜ਼ ਲਾਈਕ अच्छा। फिर मैंने समझ आया कि द फीलिंग वाज कि तुसी उत्थे मेडिसिन या कुछ करके उत्थे रह सकते सी, ईजी लाइफ लीड कर सकते, लेकिन तुसी गए हो तो फिर वी फील प्राउड। ओके, तो मैं वो फिर कहने स्टूडेंट्स को भी अच्छा लगेगा कि उन्होंने पता सी भी ये पंजाबी ने। हाँ, पंजाबी तो फिर ऑब्वियसली प्राउड होना चाहिए भी पंजाबी है ना। हाँ बिल्कुल, मतलब देखो ये आइडेंटिटी पंजाबी दी किथे नहीं जांदी, यू नो, मतलब ਤੁਸੀਂ ਪੰਜਾਬੀ ਚ ਗੱਲ ਕਰ ਸਕਦੇ ਸੀ ਕਈ ਵਾਰੀ। ਉੱਥੇ ਤਾਂ ਫਿਰ ਸਪੀਚ ਤਾਂ ਇੰਗਲਿਸ਼ ਚ ਦਿੱਤੀ ਸੀ। ਡੈਫੀਨਿਟਲੀ ਜਦੋਂ ਕਈ ਵਾਰੀ ਹਾਂ, ਮੈਂ ਮਤਲਬ ਚੈਨਲਸ ਆ ਬੱਚਿਆਂ ਨੂੰ ਵੀ ਪੰਜਾਬੀ ਸਿਖਾ ਰਹੇ ਨੇ, ਮਤਲਬ ਬੱਚੇ ਅਜੇ मतलब they are also multilingual, वो भी मतलब French polyglots है ना। हाँ, वो भी मेरी बेटी जिਵੇਂ यूक्रेनियन, रशियन, फ्रेंच, इंग्लिश, हिंदी, पंजाबी बोलती है। बेटा अजੇ थोड़ा ਢੀਠ है, थोड़ा और छोटा है तो बिगड़ा, वो सीख जूगा, वो भी सीख रहा है। ਤਾਂ ਬਹੁਤ ਵਧੀਆ ਤੁਹਾਡਾ ਸਫ਼ਰ ਰਿਹਾ, ਮਤਲਬ ਇਹਨਾਂ ਚ ਹਾਂ, ਰੱਬ ਦੀ ਯਾਦਗਾਰ ਹੈ, ਰੱਬ ਦੀ ਮਿਹਰ ਹੈ। ਜਿਵੇਂ ਮੁਸ਼ਕਿਲ ਵੀ ਹੁੰਦਾ ਜੀ, ਤਾਂ ਸਹੀ ਦੱਸਾਂ ਤਾਂ ਜਿਵੇਂ ਅਫਰੀਕਾ 'ਚ ਪੋਸਟਿੰਗ ਸੀ ਮੇਰੀ, ਲਾਈਬੀਰੀਆ, ਤਾਂ ਉੱਥੇ ਡਿਜ਼ੀਜ਼ ਬਹੁਤ ਹੁੰਦੀ ਸੀ। ਉੱਥੇ ਤਾਂ ਬਲਕਿ ਮੇਰੀ ਬਿਲਕੁਲ ਨਾਰਥ ਬੁਸ਼ 'ਚ ਸੀਗੀ, ਤਾਂ ਇਟ ਵਾਜ਼ ਵੈਰੀ ਚੈਲੰਜਿੰਗ ਕਿ ਕੋਈ ਗਰੋਸਰੀ ਲੈਣੀ ਹੋਣੀ ਹੈ ਤਾਂ ਵੇਟ ਕਰਦੇ ਸੀ UN ਦਾ ਹੈਲੀਕਾਪਟਰ ਆਏਗਾ, ਫਿਰ ਅਸੀਂ ਕੈਪੀਟਲ ਜਾਵਾਂਗੇ, ਉੱਥੋਂ ਪਿਆਜ਼ ਟਮਾਟਰ ਲੈ ਕੇ ਆਵਾਂਗੇ। ਫਿਰ ਇਟ ਵਾਜ਼ ਵੈਰੀ ਆਡ ਟੂ ਬ੍ਰਿੰਗ ਸਬਜ਼ੀ ਐਂਡ ਆਲ। ਕਿਹੜਾ ਸਭ ਤੋਂ ਮਤਲਬ ਤੁਹਾਡੇ ਲਈ ਮਤਲਬ ਕਨਫਲਿਕਟਡ ਮੂਵਮੈਂਟ ਕਿਹੜਾ ਸੀਗਾ ਇਹ ਜੰਗ ਤੋਂ ਬਾਅਦ, ਜਿੱਥੇ ਤੁਸੀਂ ਹੋਰ ਕੰਟਰੀਜ਼ ਦੇ ਵਿੱਚ ਗਏ?
ਤੁਹਾਨੂੰ ਇਦਾਂ ਲੱਗਦਾ ਹੋਵੇ ਕਿ ਆ ਮੇਰੇ ਲਈ ਤਾਂ ਯਾਦਗਾਰ ਬਣ ਕੇ ਰਹਿ ਗਿਆ? ਯੂਕਰੇਨ ਹੀ ਸੀ कि उसके अलावा भी कोई? नहीं, मेरे लिए सब तो ज़्यादा था अफगानिस्तान से, बिकॉज अफगानिस्तान में सब मतलब मैं 3 बार ड्यूटी से भी गया, मैंने बहुत मोहब्बत है उस कंट्री का। लोग अफगान बहुत अच्छे लोग ने, बहुत ही दिलेर और खुले अच्छे लोग हैं, बल्कि उन्होंने बहुत जुल्म होया थ्रू दिस तालिबान एंड सपोर्ट फ्रॉम नेबर्स एंड ऑल, एंड आई फील वेरी बैड कि असी जिवें आए सी तालिबान 2001 च पिछे होया सी, जद जा रहे तालिबान फिर ਉਹਦੇ हुकूमत कर रहा है। ਤਾਲਿਬਾਨ ਤੁਹਾਨੂੰ ਚੰਗਾ ਲੱਗਦਾ ਹੈ? ਬਟ 1999 ਦੇ ਵਿੱਚ IC-814 ਵੀ ਉਹਨਾਂ ਨੇ ਹਾਈਜੈਕ ਕੀਤਾ ਸੀ ਤਾਲਿਬਾਨ। ਮੈਂ ਉਹੀ ਕਹਿ ਰਿਹਾ ਕਿ ਕਾਬੁਲ ਦੇ ਵਿੱਚ ਖੜਾਇਆ ਸੀ। ਉਹੀ ਕਹਿ ਰਿਹਾ ਨਾ, ਸਭ ਤੋਂ ਬੁਰੀ ਗੱਲ ਇਹ ਹੈ ਤਾਲਿਬਾਨ ਤੇ ਅਫਗਾਨ 'ਚ ਫਰਕ ਕਰੋ। ਓਕੇ ਸੀ ਤਾਲਿਬਾਨ ਇਜ਼ ਨਾਟ ਅਫਗਾਨ। ਓਕੇ ਅਫਗਾਨ ਤਾਂ ਉਹਦੀ ਨਹੀਂ, ਪੋਪੂਲੇਸ਼ਨ, ਬਟ ਕਾਬੁਲ 'ਚ IC-814 ਨੂੰ ਖੜਵਾਇਆ ਸੀ ਨਾ ਉਹ 에어ਪੋਰਟ ਤੇ ਤਾਂ ਜਦੋਂ ਤਾਲਿਬਾਨ ਦੀ ਹੁਕੂਮਤ ਸੀ 1999 ਚ। 1999 ਵਿੱਚ ਬਿਲਕੁਲ। ਫਿਰ 2001 ਚ ਤਾਲਿਬਾਨ ਨੂੰ ਹਰਾਇਆ, ਜਿਵੇਂ US ਤੇ ਬਾਅਦ ਆਫਟਰ 9/11 ਫਿਰ ਹੁਕੂਮਤ ਆਈ ਜਿਹੜੀ ਡੈਮੋਕ੍ਰੇਸੀ ਦੀ, ਉਸ ਦੌਰਾਨ ਮੈਂ ਆਇਆ ਸੀ, ਠੀਕ ਹੈ ਨਾ। ਤਾਂ ਉਹ ਅੱਛਾ ਟਾਈਮ ਸੀ ਅਫਗਾਨ ਲਈ, ਕਿਉਂਕਿ ਅਫਗਾਨ ਜਿਹੜਾ ਜਿਵੇਂ ਮੈਨ ਵਿਮਨ ਪੜ੍ਹ ਸਕਦੇ ਸੀ, ਤਾਲੀਮ ਤਰਬੀਅਤ ਹੋ ਸਕਦੀ, ਤੇ ਫਿਰ ਆਪਣਾ ਮਿਊਜ਼ਿਕ ਬੰਦ ਹੈ। ਦੇਖੋ ਇਹ ਮਿਊਜ਼ਿਕ ਤਾਲਿਬਾਨ ਤਾਂ ਬੜੇ ਗੰਦੇ ਲੋਕ ਹੈ ਮੇਰੇ ਹਿਸਾਬ ਨਾਲ, ਤਾਂ ਕਿ ਦੇ ਡੋਂਟ ਅਲਾਉ। ਤਾਲਿਬਾਨੀ ਐਂਡ ਅਫਗਾਨਿਸਤਾਨ ਬਹੁਤ ਅਲੱਗ ਹਿਊਜ ਮਾਰਜਨ, ਉਹਨਾਂ ਨੂੰ ਬਹੁਤ ਹਿਊਜ ਮਾਰਜਨ। तालिबान की है तालिब इल्म, तालिब इल्म। Okay. तालिबान की है एक मदरसा ਹੁੰਦਾ ਸੀ ਔਨ ਦ ਬਾਰਡਰ ਇਨਸਾਈਡ ਪਾਕਿਸਤਾਨ। Okay. ਉਹ 'ਚ ਨਾ 1993 ਚ ਇੱਕ ਮੁੱਲਾ ਓਮਾਰ ਹੁੰਦਾ ਸੀ, ਔਰ ਉਹਨੇ ਨਾ ਇੱਕ ਗਰੁੱਪ ਬਣਾਇਆ ਜਿਹਦੇ ਦੀ ਥਾਟ ਪ੍ਰੋਸੈਸ ਬਹੁਤ ਹੀ ਲਿਟਰਲਿਸਟ ਜਾਂ ਸਲਾਫੀ ਰਾਈਟ ਵਿੰਗ ਹੋ ਗਿਆ। ਜਿਵੇਂ ਨਾ ਉਹ ਕਹਿੰਦੇ ਕਿ ਜਿਹੜੇ 7th ਸੈਂਚੁਰੀ ਚ ਵਰਡ ਸੀਗੇ ਪ੍ਰੋਫਿਟ ਮੁਹੰਮਦ ਸੱਲਮ ਦੇ, ਰਸੂਲ ਦੇ, ਉਹ ਉਹਨਾਂ ਨੂੰ ਲਿਟਰਲੀ ਫੋਲੋ ਕਰਨਾ। ਈਵਨ ਆਲ ਦ ਮੁਸਲਿਮਸ ਆਫ ਦ ਵਰਲਡ ਸੇ ਕਿ ਜਿਹੜੀ ਅੱਜ ਦੀ ਡੇਟ ਹੈ ਉਹਦੇ ਨਾਲ ਤੁਸੀਂ ਉਹਦੀ ਇੰਟਰਪ੍ਰੀਟੇਸ਼ਨ ਕਰੋ, ਫੋਲੋ ਕਰੋ। ਇਹ ਉਹਨਾਂ ਨੇ ਬਹੁਤ ਗਲਤ ਸਿਸਟਮ ਸ਼ੁਰੂ ਕੀਤਾ ਕਿ ਅਸੀਂ 7th ਸੈਂਚੁਰੀ ਵਾਪਸ ਲੈ ਕੇ ਜਾਣਾ, ਉਹੀ ਫੋਲੋ ਕਰ। ਤਾਂ ਉਹ ਸਕੂਲ ਦਾ ਥਾਟ ਜਿਹੜਾ ਹੈ ਦੈਟ ਇਜ਼ ਨਾਟ ਰੈਜ਼ੋਨੈਂਟ ਵਿਦ ਅਫਗਾਨ ਮਦਰਸਾ। ਹਾਂ, ਉਹ ਮਦਰਸੇ ਦਾ ਥਾਟ। ਫਿਰ ਉਹਨਾਂ ਨੇ ਉਹਦੇ ਨਾਲ ਮਿਲੀਟੈਂਟ ਵਿੰਗ ਬਣਾ ਲਿਆ। ਫਿਰ ਉਹਨਾਂ ਨੇ ISI ਔਰ ਬਾਕੀਆਂ ਨੇ ਸੋਚਿਆ ਕਿ ਇਹਨਾਂ ਨੂੰ ਯੂਜ਼ ਕਰਕੇ ਆਪਾਂ ਮਤਲਬ ਕਾਫੀ ਵੱਡਾ ਬਣ ਗਿਆ ਇਹ, ਕਾਫੀ ਵੱਡਾ ਹੋ ਗਿਆ। ਮਤਲਬ ਉਹਦੇ ਚ ਪਾਕਿਸਤਾਨ ਮਿਲਟਰੀ ਹੈਡ ਯੂਜ਼ਡ ਇਟ, ਫਿਰ ਉਹ ਉਹਨਾਂ ਨੇ ਕਬਜ਼ਾ ਕਰ ਲਿਆ। ਬਟ ਇੱਕ ਚੀਜ਼ ਤੁਸੀਂ ਸਰ ਨੋਟਿਸ ਜ਼ਰੂਰ ਕੀਤੀ ਹੋਣੀ ਹੈ ਕਿ ਜਿਹੜਾ ਇਸਲਾਮ ਹੈ ਉਹਨੂੰ ਦੇਖਣ ਦੇ ਨਜ਼ਰੀਏ ਕਾਫੀ ਉਹਨਾਂ ਨੇ ਬਦਲ ਰੱਖੇ ਆ। ਦੇਖੋ ਐਸਾ ਹੈ ਨਾ, ਦੇਖੋ ਇਹ ਤਾਂ ਖੁਦ ਹੀ ਨਜ਼ਰ ਦਾ ਕਸੂਰ ਹੈ ਕਿ ਜੇ ਆਪਾਂ ਤਾਲਿਬਾਨ ਨੂੰ ਇਹਨਾਂ ਦਾ ਪ੍ਰਤੀਕ ਮੰਨੀਏ ਜਾਂ ਇਹਨਾਂ ਦਾ ਤਾਲਿਬਾਨ ਨੇ ਉਹਨਾਂ ਨੂੰ ਗਲਤ ਤਰੀਕੇ ਨਾਲ ਉਹ ਕਰ ਰਹੇ ਕੀਤਾ ਤਾਂ ਹੈ। ਤੁਸੀਂ ਤਾਲਿਬਾਨ ਨੂੰ ਅਗਰ ਉਹਦਾ ਰਾਜਦੂਤ ਮੰਨੋਗੇ ਤਾਂ ਇਹ ਤਾਂ ਗਲਤ ਹੋ ਜਾਏਗਾ ਨਾ। ਜਿਵੇਂ ਆਪਾਂ ਸਿੱਖੀ 'ਚ ਜਾਂ ਹਿੰਦੂ 'ਚ ਕਿਸੇ ਰਾਈਟ ਵਿੰਗ ਨੂੰ ਆਪਣਾ ਉਸ ਧਰਮ ਦਾ ਪ੍ਰਤੀਕ ਮੰਨਾਂਗੇ ਤਾਂ ਗਲਤ ਹੋ ਜਾਏਗਾ। ਇਹ ਤਾਂ ਕਿਸੇ ਵੀ, ਚਾਹੇ ਤੁਸੀਂ ਯਹੂਦ 'ਚ ਦੇਖ ਲਓ, ਚਾਹੇ ਤੁਸੀਂ ਕ੍ਰਿਸਚਨ 'ਚ ਦੇਖ ਲਓ, ਇਹ ਛੋਟਾ ਤਬਕਾ ਹੁੰਦਾ ਹੈ। ਲੇਕਿਨ ਇਸ ਟਾਈਮ ਉਹਨਾਂ ਨੇ ਕੰਟਰੋਲ ਕੀਤਾ ਹੈ। ਆਈ ਵੁੱਡ ਸੇ ਕਿ ਉਹ ਅਫਗਾਨ ਤੇ ਜ਼ਿਆਦਾ ਜ਼ੁਲਮ ਕਰ ਰਹੇ ਨੇ ਦੈਨ ਐਨੀਬਡੀ ਐਲਸ, ਐਂਡ ਉਹ ਅਫਗਾਨ ਵੀ ਮੁਸਲਮਾਨ ਹੈ, ਤਾਲਿਬਾਨ ਵੀ ਮੁਸਲਮਾਨ ਹੈ। ਤਾਂ ਇਹ ਰਿਲੀਜਨ ਦੀ ਗੱਲ ਨਹੀਂ ਹੈ, ਇਹ ਰਿਲੀਜਨ ਨਹੀਂ ਹੈ, ਇਹ ਰਿਲੀਜਨ ਦੀ ਗੱਲ ਨਹੀਂ, ਕਿਉਂਕਿ ਦੋਵੇਂ ਰਿਲੀਜਨ, ਜੇ ਅਫਗਾਨ ਹੈ ਉਹ ਵੀ ਮੁਸਲਮਾਨ ਹੈ, ਜੇ ਤਾਲਿਬਾਨ ਜੋ ਉਹਦੇ ਤੇ ਮਤਲਬ ਬੇਰਹਿਮੀਆਂ ਕਰ ਰਿਹਾ ਉਹ ਵੀ ਤਾਂ ਮੁਸਲਮਾਨ ਹੈ। ਕਹਿਣ ਨੂੰ ਤਾਂ ਉਹ ਵੀ ਮੁਸਲਮਾਨ ਕਹਿੰਦੇ ਆਪਣੇ ਆਪ ਨੂੰ, ਬਿਲਕੁਲ। ਪਰ ਇਹ ਗਲਤ ਹੈ, ਇਹ ਗਲਤ ਹੈ। ਕੱਟੜਵਾਦ ਨੂੰ ਜ਼ਿਆਦਾ ਪ੍ਰਮੋਟ, ਕੱਟੜਵਾਦ ਬੇਸਿਕਲੀ ਕੱਟੜਵਾਦ ਮਤਲਬ ਕਿਸੇ ਵੀ ਚੀਜ਼ ਦੇ ਵਿੱਚ ਕੱਟੜਵਾਦ ਆ ਜਾਂਦਾ ਬਹੁਤ ਗਲਤ ਹੈ। ਚਾਹੇ ਤੁਸੀਂ ਆਪ ਇਹ ਜਿਹੜਾ ਹਿੰਦੂ ਧਰਮ ਕਹਿ ਲਓ, ਚਾਹੇ ਤੁਸੀਂ ਸਿੱਖੀ ਕਹਿ ਲਓ, ਚਾਹੇ ਤੁਸੀਂ ਆਪਣਾ ਕੋਈ ਵੀ ਚੱਕ ਲਓ। ਜਿਵੇਂ ਕ੍ਰਿਸਚਨ ਹੁੰਦੇ ਸੀ ਉਹਦੇ ਵੀ, ਮੈਂ ਜਿਵੇਂ ਥੋੜੀ ਮਿਸਾਲ ਦਿੰਦਾ ਛੋਟੀ ਜਿਹੀ, ਜਿਵੇਂ ਮੈਂ ਆਪਣਾ ਕੋਸੋਵੋ ਯੂਗੋਸਲਾਵੀਆ ਦੇ ਟੁੱਟਣ ਦੇ ਟਾਈਮ ਤੇ ਉੱਥੇ ਸੀ, ਤਾਂ ਉੱਥੇ ਵੀ ਜਿਵੇਂ ਜਦ ਤੱਕ ਟੀਟੋ ਜਿਵੇਂ ਨਹਿਰੂ ਦੇ ਦੋਸਤ ਹੁੰਦੇ ਸੀ, ਉਹ ਸਭ ਨੂੰ ਇਕਜੁੱਟ ਕਰਕੇ ਸਭ ਨੂੰ ਬਰਾਬਰ ਰਾਈਟਸ ਦੇ ਕੇ ਰਹੇ। ਉਹਦੇ ਬਾਅਦ ਮਿਲੋਸ਼ੇਵਿਚ ਆਇਆ, ਸਲੋਬੋ ਮਿਲੋਸ਼ੇਵਿਚ, ਉਹਨੇ ਇਸ ਤਰ੍ਹਾਂ ਕਿਹਾ ਕਿ ਜਿਸਕੋ 70-80% ਔਰ ऑर्थोडॉक्स क्रिश्चियन एंड ਅਸੀਂ ਮੈਜੋਰਿਟੇਰੀਅਨਿਜ਼ਮ ਕਰਾਂਗੇ ਰਾਦਰ ਦੈਨ ਇਕੁਐਲਿਟੀ ਆਫ ਸਿਟੀਜ਼ਨਸ਼ਿਪ। ਉਹਦੇ ਨਾਲ ਕੀ ਹੋਇਆ, ਉਹਦੇ 8 ਟੁਕੜੇ ਹੋ ਗਏ। ਓਕੇ, ਦੇਖੋ ਉਹਦਾ ਨਤੀਜਾ ਜਦੇ ਵੀ ਤੁਸੀਂ 8 ਟੁਕੜੇ ਹੋ ਗਏ। ਯੂਗੋਸਲਾਵੀਆ ਜਿਹੜੀ ਸੀ ਨਾ, ਯੂਗੋਸਲਾਵੀਆ ਸੁਪਰ ਕੰਟੀਨੈਂਟ ਰਸ਼ੀਆ ਨਹੀਂ, ਯੂਗੋਸਲਾਵੀਆ ਇੱਕ ਕੰਟਰੀ ਸੀ ਯੂਗੋਸਲਾਵੀਆ, ਉਹ ਆਪਣਾ ਯੂਰਪ ਦੇ ਬਿਲਕੁਲ ਹਾਰਟ 'ਚ ਸੀਗਾ, ਠੀਕ ਹੈ। ਉਹਦੇ 90s 'ਚ ਬੋਸਨੀਆ ਬਣ ਗਿਆ, ਬੋਸਨੀਆ ਹਰਜ਼ੇਗੋਵੀਨਾ, ਫਿਰ ਕੋਸੋਵੋ, ਫਿਰ ਕ੍ਰੋਏਸ਼ੀਆ, ਸਰਬੀਆ, ਸਲੋਵੇਨੀਆ, ਮਤਲਬ ਮੈਸੇਡੋਨੀਆ, ਟੁਕੜੇ ਟੁਕੜੇ ਹੋ ਗਏ ਜਸਟ ਬਿਕੋਜ਼ ਦੀ ਆਈਡੀਆ ਕਿ ਇੱਕ ਸਿਟੀਜ਼ਨਸ਼ਿਪ ਦੂਜੇ ਤੋਂ ਉੱਚੀ ਹੋਣੀ ਚਾਹੀਦੀ। ਇਹ ਨਹੀਂ ਹੋਣਾ ਚਾਹੀਦਾ। ਦੇਖੋ ਕਿਸੇ ਵੀ ਮਲਟੀ ਐਥਨਿਕ ਮਲਟੀ ਰਿਲੀਜੀਅਸ ਸਪੇਸ 'ਚ ਤੁਸੀਂ ਬਰਾਬਰ ਸਿਟੀਜ਼ਨਸ਼ਿਪ ਰੱਖੋ। ਤੁਸੀਂ ਸਿਆਸਤ ਇਸ ਤਰ੍ਹਾਂ ਨਾ ਕਰੋ ਕਿ ਇੰਨੀ ਦਰਾਰਾਂ ਪੈ ਜਾਣ ਕਿ ਉਹਦੇ ਟੁਕੜੇ ਹੋਣੇ ਪਏ। ਤਾਂ ਫਿਰ ਉਹ ਜਿਵੇਂ ਅੰਗਰੇਜ਼ਾਂ ਵਾਲੀ ਜਿਹੜਾ
ਇਹਨਾਂ ਨੇ ਡਿਵਾਈਡ ਐਂਡ ਕੌਂਕਰ ਕੀਤਾ ਸੀ 1857 ਚ 1857 ਤੱਕ ਤਾਂ ਇੰਡੀਆ ਦੀ ਆਜ਼ਾਦੀ ਲੜਾਈ ਵੀ ਬਰਾਬਰ ਸੀਗੀ, ਉਨੇ ਹੀ ਮੁਸਲਮਾਨ, ਉਨੇ ਹੀ ਹਿੰਦੂ, ਉਨੇ ਸਿੱਖ ਸੀਗੇ। ਤਾਂ ਉਹਦੇ ਬਾਅਦ ਅੰਗਰੇਜ਼ਾਂ ਨੇ ਸੋਚਿਆ ਕਿ ਜਦ ਕਰਾਊਨ ਨੇ ਈਸਟ ਇੰਡੀਆ ਕੰਪਨੀ ਤੋਂ ਟੇਕ ਓਵਰ ਕੀਤਾ ਕਿ ਵੀ ਵਿਲ ਨਾਓ ਸੇ ਕਿ ਹਿੰਦੀ ਹਿੰਦੂਆਂ ਦੀ ਹੈ, ਉਰਦੂ ਮੁਸਲਮਾਨਾਂ ਦੀ ਹੈ ਨਾ, ਇਹ ਸਾਰੇ ਅਜੀਬ ਜਿਹੇ ਨਾ ਫੈਲ ਕੇ ਤੁਹਾਡੀ ਹਿਸਟਰੀ ਵੱਖਰੀ ਹੈ, ਇਹਨਾਂ ਦੀ ਹਿਸਟਰੀ ਵੱਖਰੀ, ਟੋਟਲ ਜ਼ਹਿਰ ਪਾਇਆ। ਔਰ ਉਹੀ ਜ਼ਹਿਰ ਨੇ 90 ਸਾਲ ਬਾਅਦ ਬਟਵਾਰਾ ਕਰਵਾਇਆ, ਔਰ ਉਹੀ ਜ਼ਹਿਰ ਨੇ ਅੱਜ ਤੱਕ ਜਿਵੇਂ ਨਾ ਗਲਤ ਫਹਿਮੀਆਂ ਪਾਈ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਕੌਮ ਹੈ, ਇਸ ਤਰ੍ਹਾਂ ਦੀ ਕੌਮ, ਐਂਡ ਸੋ ਦੈਟ ਇਜ਼ ਨਾਟ ਸਮਥਿੰਗ ਵੀ ਨੀਡ। ਸੋਹਨ ਸਿੰਘ ਭਕਨਾ ਦੀ ਪਾਰਟੀ ਦੇ ਵਿੱਚ ਗਦਰ ਪਾਰਟੀ ਸੀ, ਗਦਰ ਪਾਰਟੀ ਦੇ ਵਿੱਚ 55% ਔਰ 60% ਮੁਸਲਮਾਨ ਸੀਗੇ। ਬਿਲਕੁਲ ਜੀ, ਬਿਲਕੁਲ। ਦੇਖੋ ਜੀ, ਗਦਰ ਪਾਰਟੀ ਦਾ ਸਾਰਾ ਸਟਰੈਂਥ ਹੀ ਫਰੋਮ ਯੂਨਿਟੀ ਔਰ ਪੰਜਾਬ ਦੇਖੋ ਤੇ ਪੰਜਾਬੀਅਤ ਦੇਖੋ ਤੇ ਪੰਜਾਬ ਦਾ ਹਿੱਸਾ ਦੇਖੋ। ਅੱਜ ਦੀ ਡੇਟ 'ਚ 4/5 ਆਫ ਪੰਜਾਬ ਇਜ਼ ਇਨ ਪਾਕਿਸਤਾਨ। ਬਿਲਕੁਲ ਇੰਡੀਅਨ ਪੰਜਾਬ ਇਜ਼ 1/5 ਆਫ ਦੀ ਓਰੀਜਨਲ ਪੰਜਾਬ। ਮੀਨਸ ਪੰਜਾਬ ਜੋ ਜਿਹੜਾ ਸੀਗਾ ਉਹ ਰਲ ਮਿਲ ਕੇ ਖੁਸ਼ ਰਹਿੰਦਾ ਸੀ, ਇਕੱਠੇ। ਮੇਰੇ ਬਾਪੂ ਜੀ ਆਪਣੇ ਲਾਹੌਰ ਜੰਮੇ ਸੀਗੇ, ਲਾਹੌਰ ਦੇ ਬਾਅਦ ਇੱਥੇ ਆਏ ਸੀਗੇ। ਪਾਪਾ ਜੀ ਤਾਂ ਟਿਲ ਡੈਥ, ਟੂ ਬੀ ਆਨੈਸਟ ਵਿਦ ਯੂ, ਆਪਣਾ ਸ਼ਾਹਮੁਖੀ 'ਚ ਲਿਖ ਸਕਦੇ ਸੀ, ਜਿਹੜਾ ਉਰਦੂ ਸਕ੍ਰਿਪਟ ਹੁੰਦੀ ਆਪਣਾ ਗੁਰਮੁਖੀ। ਭਾਈ ਰਣਧੀਰ ਸਿੰਘ ਵੀ ਤਹਿਸੀਲਦਾਰ ਸੀ ਲਾਹੌਰ ਦੇ, ਅੰਗਰੇਜ਼ਾਂ ਦੇ ਜ਼ਮਾਨੇ ਦੇ ਤਹਿਸੀਲਦਾਰ ਸੀ। ਉਹ ਤਾਂ ਫਿਰ ਆਪਣਾ ਇੱਕ ਹੀ ਹੈ ਨਾ। ਮੈਂ ਜੇ ਬਾਹਰ ਮੇਰੀ ਪੋਸਟਿੰਗ ਹੁੰਦੀ ਹੈ, ਮਤਲਬ ਪਾਕਿस्तानी पंजाबीज और इक्वली फ्रेंडली। मेरी लेट्स टू गलत नहीं कहना चाहता कि कई बार मेरी विद somebody who speaks Tamil is less in common roti या गल्ला than with the Punjabi from Pakistan. So let's not create मतलब फालतू दी दरारा, you know, मतलब अमन नाल मोहब्बत नाल रहिए, एटलीस्ट विद इन इंडिया ਤਾਂ ਅਸੀਂ ਪਿਆਰ ਨਾਲ ਰਹੀਏ ਤਾਂ ਬੈਟਰ ਹੈ। ਕਿ ਤਾਂ ਯੂ ਨੋ ਮੈਂ ਗਲੋਬਲੀ ਦੇਖਿਆ ਇਹਦਾ ਅੰਜਾਮ ਬਹੁਤ ਬੁਰਾ ਹੁੰਦਾ ਹੈ। ਤਾਂ ਸਰ ਫਿਰ ਆਪਾਂ ਇੱਕ ਵਾਰ ਤੁਹਾਡੇ ਤੋਂ ਫਿਰ ਉਹੀ ਸ਼ਾਇਰੀ ਮੈਂ ਤੁਹਾਨੂੰ ਫਿਰ ਸੁਣਨਾ ਚਾਹੂੰਗਾ। ਉਹ ਅੱਛਾ ਨਜ਼ਮ ਸੁਣਨਾ ਚਾਹੇ, ਉਹੀ ਨਜ਼ਮ ਸੁਣਾਵਾ, ਉਹ ਮੇਰਾ ਖੋਇਆ ਵਤਨ ਜਾਂ ਕੁਝ ਹੋਰ ਸੁਣਾਵਾ? ਕੁਝ ਹੋਰ ਸੁਣਾਈਏ। ਅੱਛਾ ਕੁਝ ਹੋਰ ਸੁਣਾ, ਕੋਈ ਵਤਨ ਦੇ ਉੱਤੇ ਸੁਣਾ ਦਿਓ। ਅੱਛਾ ਮੈਂ ਤੁਹਾਨੂੰ खैर एक कुछ 4 लाइन सुनाना, छोटी सुनाना इस बार। वो थोड़ी लंबी नज़म से, ये छोटी। गुलिस्तां में आह दफन है, गुलिस्तां में आह दफन है, फ़कत मज़ार मन्नत बाकी है। गुलिस्तां में आह दफन है, फ़कत मज़ार मन्नत बाकी है। चंद यादें बुनी थी एक दिन, चंद यादें बुनी थी एक दिन, खा के गिरफ्त साकित कफन है। गुलिस्तां में आह दफन है, मज़ार मन्नत बाकी है। चंद यादें बुनी थी एक दिन, खा के गिरफ्त साकित कफन है। तो तर्जुमा भी कर दो। अच्छा, वो कहते हैं गुलिस्तां में आह दफन है मींस जैसे एक जैसे किसी बड़े बाग च थोड़ी एक चाह या थोड़ी आह समझते जिवें एक अरमान वो दफन पे है। क्योंकि एक चाहे अमन दा सी, चाहे मोहब्बत दा सी, वो एक उन्ना वो चाहे अपनी कौमां दी आपस च अमन या मोहब्बत नाल रहन दा, या जिवें बटवारे दे बाद रहने, वो एक उच दफन पिया है। फकत मज़ार मन्नत बाकी है, ओदे ऊपर एक ना मज़ार बनानी ही बच गई, रह गई है। और फिर वो नोस्टैल्जिकली जिवें साडे बड़े बुजुर्ग जो थोड़े जे रह गए ने, जो 90+ ने, चंद यादें बुनी थी एक दिन, उन्हां दे बचपन दियां यादां, या अज दी डेट च जे तुसीं सोचो जिहड़े सांझे रहिंदे सी, हुणे भी रहिंदे ने, रब कवे हमेशा रहन, जिहड़े आपस च चंद यादें बुनी थी, खा के गिरफ्त साकित कफन है। कहते हौले हौले वो खाक च उड़ रहा है और एक चुप जा कफन बन रहा है सांझे कौमां दा, मुहब्बत नाल रहन दा, ਜਿਹੜਾ ਇੱਕ ਵਾਰ ਇੰਡੀਆ ਪਾਕਿਸਤਾਨ ਦੇ ਬਟਵਾਰੇ ਤੇ ਹੋਇਆ ਸੀ ਤੇ ਖੁਦਾ ਨਾ ਖਾਸਤਾ ਦੁਬਾਰਾ ਹੋਵੇ। ਸਰ ਮੇਰਾ ਆਖਰੀ ਸਵਾਲ ਹੈ, ਹਾਂਜੀ ਮੇਰਾ ਪਰਸਨਲ ਸਵਾਲ ਹੈ। ਜੀ ਜੀ ਹੁਕਮ। ਮਜ਼ਾਰ ਕੀ ਹੁੰਦਾ ਹੈ? ਮਜ਼ਾਰ ਆਸਤਾਨਾ ਵੀ ਦੱਸਿਓ ਕੀ ਹੁੰਦਾ ਹੈ। ਤੁਸੀਂ ਉਰਦੂ ਪੜ੍ਹਦੇ ਹੋ ਤਾਂ ਕਰਕੇ ਆਸਤਾਨਾ ਮਜ਼ਾਰ ਦੱਸਿਓ। ਜੀ ਜੀ, ਮਜ਼ਾਰ ਮੀਨਸ योर mausoleum या tomb, you know, tomb। okay। हाँ, गुलिस्तां में आह दफन है, मज़ार मन्नत तो आप समझते होंगे। हाँ, बाकी चंद यादें बुनी थी एक दिन, खा के गिरफ्त साकित कफन। साकित मीन्स साइलेंट, कफन तो आप समझते होंगे, साकित कफन। हाँ, बस
आप उस तर੍ਹਾਂ ਦੇ ਜੇ ਰੂਟ ਪੁੱਛੋ ਸਥਾਨ ਦੀ ਜਾਂ ਹਿੰਦੁਸਤਾਨ ਪਾਕਿਸਤਾਨ यूं ਉਹ ਸਥਾਨ ਦਾ यूं ਮਾਨੀ ਤਾਂ ਸਿਰਫ ਇਹ ਹੁੰਦਾ ਕਿ ਜਗ੍ਹਾ ਜਾਂ ਜਿੱਥੇ उस जगह ਦੇ अहले लोग रहते हैं जिवें ना हाँ जैसे अगर आप अहले वतन हिंदुस्तान हैं तो आप उस जैसे आप कह सकते हैं लूजली ट्रांसलेटेड अगर संस्कृत में स्थान कहते हैं तो उसका मानी कुछ तकरीबन यूं ही है कि स्थान का मानी जगह या जगह जहाँ पे हिंद लेकिन ये हिंदू नहीं है। अगर आप हिंदुस्तान कहेंगे ना तो वो जहाँ पे अहले हिंद का क्या मानी है कि अहले हिंद की कम्स फ्रॉम द रिवर इंडस जहाँ पे हिंदवी लोग रहते हैं जो इंडस रिवर के लोग। तो यूं क्या होता था कि जो लोग हमारे वेस्ट से आते थे तो उनको डिवाइडिंग लाइन इंडस रिवर ही नजर आती थी तो इन्हें हिंदुस्तान क्योंकि फारसी ज़बान में हिंद कहते हिंद नहीं कहते हिंद तो इंग्लिश में इंडस इंडिया वैसे हिंद था ये फारसी लफ्ज़ जी फारसी लफ्ज़ है हिंद फारसी लफ्ज़ है। तो हिंदुस्तान मेंट जो स्थान या जो जगह हिंद रिवर के या इंडस रिवर के इस तरफ की जगह है हाँ दिस डज नॉट मीन हिंदूज की जगह है तो जस्ट विश टू बी ऑनेस्ट सिंपल नेम हाँ दिस इज नेम फ्रॉम द रिवर जी हिंद अहले हिंद यू नो। तो ये उस तरह अब जैसे पाकिस्तान है अब वो जगह जैसे मतलब उर्दू में पाक का मतलब प्योर हाँ प्योर स्पेस यस वी कैन ऑलवेज आर्ग्यू दैट बट वो मतलब रूट ये है। अब अफगानिस्तान है जहाँ पे अफगान इज़ द ओल्ड वर्ड फॉर आरियाना मतलब जैसे जो वो आर्ग्यूबल है कि पठान लोगों का जगह है मतलब दैट इज़ आर्ग्यूड कि उसकी एटिमोलॉजी कि वहाँ पे स्थान जो जहाँ पठान रहते थे या ताजिक एंड पठान दोनों कहने चाहिए। आज तो ये बात छेड़नी अफगानिस्तान में जंग छेड़ने वाली बात हो जाती है। ਤਾਂ ਦੋਸਤੋ ਇਸ ਸਾਡੇ ਨਾਲ ਮਾਨਵ ਸਚਦੇਵਾ ਜੀ ਬੜੀ ਇਹਨਾਂ ਨੇ ਵਧੀਆ ਗੱਲਾਂ ਕੀਤੀਆਂ। ਤੁਸੀਂ ਜੁੜੇ ਰਹੋ ਪੰਜਾਬ ਪ੍ਰਾਈਮ ਟੀਵੀ ਦੇ ਨਾਲ। ਮੈਂ ਆਕਾਸ਼।